ਦੋਸਤੋ ਸਵਾਗਤ ਹੈ। ਅਸੀਂ ਖੜੇ ਹਾਂਗੇ ਦਿੱਲੀ ਦੇ ਟਿੱਕਰੀ ਬਾਰਡਰ ਦੇ ਉਸ ਜਗ੍ਹਾ ਤੇ ਜਿੱਥੇ ਕਿ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਤੇ ਉਹਨਾਂ ਦੀ ਪੂਰੀ ਟੀਮ ਦਾ ਜਿਹੜਾ ਰਹਿਣ ਬਸੇਰਾ ਹੈਗਾ। ਪਹਿਲਾਂ ਤਾਂ ਤੁਹਾਨੂੰ ਅਸੀਂ ਜਿਹੜਾ ਇੱਥੇ ਕਿਸਾਨਾਂ ਦੇ ਲੋਕ ਕਹਿੰਦੇ ਨੇ ਵੀ ਕਿਸਾਨ ਉੱਥੇ ਮੌਜਾਂ ਕਰਦੇ ਨੇ, ਪੀਜੇ ਬਰਗਰ ਖਾਂਦੇ ਨੇ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਰਹਿਣ ਦੀ ਦੇਖ ਲਓ ਵੀ ਕਿੰਨਾ ਔਖਾ ਹੈਗਾ। ਸਾਰਾ ਸਮਾਨ ਕੰਬਲਾਂ ਦੇ ਵਿੱਚ ਇਹਨਾਂ ਨੂੰ ਜਿਹੜੇ ਠੰਡ ਬਹੁਤ ਜ਼ਿਆਦਾ ਹੈਗੀ ਦਿੱਲੀ ਦੇ ਵਿੱਚ ਆਪਣੇ ਪੰਜਾਬ ਨਾਲੋਂ। ਤੇ ਆਪਣਾ ਸਾਰਾ ਸਮਾਨ ਲੈ ਕੇ ਜਦੋਂ ਦਾ ਸੰਘਰਸ਼ ਚੱਲੇਗਾ ਉਦੋਂ ਤੋਂ ਹੀ ਜਿਹੜਾ ਇਹ ਸਾਰਾ ਕੰਮ ਆਪ ਕਰ ਰਹੇ ਨੇ। ਇੱਧਰ ਦੇਖੋ ਸਵੇਰੇ ਆਪ ਕੱਪੜੇ ਵੀ ਇੱਧਰ ਦੇਖੋ ਸੁੱਕਣੇ ਪਾਉਂਦੇ ਨੇ ਧੋ ਕੇ। ਕੋਈ ਵੀ ਇੱਥੇ ਅਜਿਹੀ ਸੁਵਿਧਾ ਨਹੀਂ ਵੀ ਜਿੱਥੇ ਲੋਕ ਵਿੱਚ ਦੇਖੇਗਾ ਵਾਹਾਂ ਉਡਾਈ ਜਾਂਦੇ ਨੇ ਵੀ ਕਿਸਾਨ ਉੱਥੇ ਬਹੁਤ ਮੌਜਾਂ ਕਰਦੇ ਨੇ। ਤੇ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂਗੇ ਪੂਰੀ, ਕਿਉਂਕਿ ਕਿਸਾਨ ਨੇ ਜਿਹੜੇ ਇੱਕ ਸਿਰਫ ਸੰਘਰਸ਼ ਕਰ ਰਹੇ ਨੇ। ਤੇ ਹੁਣ ਵੀ ਇਹਨਾਂ ਦੇ ਖਾਣੇ ਤੋਂ ਬਾਅਦ ਇੱਥੇ ਪੈਣ ਦੀ ਤਿਆਰੀ ਸੀ। ਚਲੋ ਸਾਡੇ ਨਾਲ ਇੱਥੇ ਜਸਵੰਤ ਸਿੰਘ ਤੋਲਾਵਾਲ ਬਲਾਕ ਸੁਨਾਮ ਦੇ ਪ੍ਰਧਾਨ ਨੇ। ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਹੋਰ ਵੀ ਰਾਮਪਾਲ ਸ਼ਰਮਾ ਜੀ ਤੇ ਹੋਰ ਕਿਸਾਨ ਆਗੂ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਅੱਜ ਦੀ ਮੀਟਿੰਗ ਬਾਰੇ ਵੀ ਗੱਲ ਕਰਾਂਗੇ, ਹੋਰ ਵੀ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨਿਊਜ਼। ਸਤਿ ਸ੍ਰੀ ਅਕਾਲ ਜਸਵੰਤ ਜੀ, ਪਹਿਲਾਂ ਤਾਂ ਜੇ ਗੱਲ ਕਰੀਏ ਵੀ ਅੱਜ ਦੀ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਹੈਗਾ? ਅੱਜ ਦੀ ਮੀਟਿੰਗ ਨੂੰ ਜਿਹੜੇ ਆਪਾਂ ਬੇਸਿੱਟੀ ਕਹਿ ਸਕਦੇ ਹਾਂ। ਪਹਿਲਾਂ ਵੀ ਜਿਹੜੇ ਲਗਭਗ ਜਿੰਨੀਆਂ 9 ਮੀਟਿੰਗਾਂ ਹੋਈਆਂ ਨੇ, ਅੱਜ 10ਵੇਂ ਗੇੜ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਜਿਹੜੇ ਲਗਭਗ ਜਿਹੜੇ ਇਹ ਕਾਲੇ ਕਾਨੂੰਨ ਵਾਲੀ ਗੱਲ ਹੈ, ਜਿਹੜੀ ਸੋਧਾਂ ਵਾਲੀ ਗੱਲ ਹੈ, ਉਹ ਆਏ ਵਾਰੀ ਜਿਹੜੀ ਮੀਟਿੰਗ ਦੇ ਵਿੱਚ ਉਹੀ ਗੱਲ ਉੱਠਦੀ ਹੈ ਵੀ ਇਹ 'ਚ ਤੁਸੀਂ ਜਿੰਨੀਆਂ ਸੋਧਾਂ ਕਰਾਉਣੀਆਂ ਨੇ ਸੋਧਾਂ ਕਰਵਾ ਲਓ ਜੀ, ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਪਰ ਇਸ ਗੱਲ 'ਤੇ ਆਪਣੀਆਂ ਜਥੇਬੰਦੀਆਂ ਦਾ ਫੈਸਲਾ ਹੈ ਵੀ ਜਿੰਨੀ ਦੇਰ ਤੱਕ ਜਿਹੜੇ ਇਹ ਤਿੰਨੇ ਕਾਲੇ ਕਾਨੂੰਨ ਨੇ ਉਹ ਰੱਦ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਜਣੀ ਇਹ ਅੰਦੋਲਨ ਆ ਸਾਡਾ ਇਸੇ ਤਰ੍ਹਾਂ ਜਾਰੀ ਰਹੂਗਾ। ਕਿਉਂਕਿ ਜਿਹੜੀ ਖਾਲੀ ਡੱਬੇ ਦੀ ਉੱਧਰੋਂ ਗੱਲ ਆਉਂਦੀ ਹੈ ਬਾਰ-ਬਾਰ ਵੀ ਅਸੀਂ ਤਾਂ ਖਾਲੀ ਡੱਬੇ ਰਹਿ ਗਏ ਜੀ, ਸਾਰੀਆਂ ਸੋਧਾਂ ਹੋ ਗਈਆਂ। ਫਿਰ ਉਹ ਖਾਲੀ ਡੱਬਾ ਵੀ ਕਾਹਦੇ ਵਾਸਤੇ ਰੱਖਣਾ? ਫਿਰ ਉਹ ਕਿਉਂ ਨਹੀਂ ਕਹਿ ਸਕਦੇ ਵੀ ਜਿਹੜੇ ਇਹ ਕਾਨੂੰਨ ਨੇ ਅਸੀਂ ਰੱਦ ਕਰਦੇ ਹਾਂ? ਜਿਹੜੇ ਕਿਸਾਨ ਚਾਹੁੰਦੇ ਨੇ ਉਹ ਕਾਨੂੰਨ ਅਸੀਂ ਬਣਾਉਣ ਨੂੰ ਤਿਆਰ ਹਾਂ। ਜਣੀ ਉਸ ਗੱਲ 'ਤੇ ਸਰਕਾਰ ਆ ਨਹੀਂ ਰਹੀ, ਜਣੀ ਹਰੇ MSP 'ਤੇ ਵੀ ਨਹੀਂ ਆ ਰਹੀ, ਉਸ ਗੱਲ 'ਤੇ ਵੀ ਚੁੱਪ ਹੈ। ਜਣੀ ਪਹਿਲਾਂ ਜਿਹੜੇ ਦੋਏ ਕਾਨੂੰਨ 'ਤੇ ਜਿਹੜਾ ਇੱਕ ਬਿੱਲ ਸੀਗਾ ਬਿਜਲੀ ਬਿੱਲ 2020, ਇੱਕ ਜਿਹੜਾ ਪਰਾਲੀ 'ਤੇ ਬਣਾਇਆ ਤੀ, ਜਣੀ ਉਹਨਾਂ 'ਤੇ ਗੱਲ ਚੱਲੀ ਹੈ। ਉਹਨਾਂ 'ਤੇ ਵੀ ਅਜੇ ਗੱਲ ਜਣੀ ਲਗਭਗ ਉੱਥੇ ਹੀ ਖੜੀ, ਅੱਗੇ ਨਹੀਂ ਵਧੀ। ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਸਾਨੂੰ ਪਤਾ ਸੀ ਵੀ ਇੰਨਾ ਕੁਛ ਹੋਣਾ, ਉਹੀ ਹੋਇਆ। ਅਤੇ ਉਦੋਂ ਅਗਲੀ ਗੱਲ ਜਿਹੜੀ ਪਰੇਡ ਦੀ ਗੱਲ ਚੱਲਦੀ ਹੈ, ਜਣੀ ਅਸੀਂ ਜਿਹੜਾ 26 ਤਰੀਕ ਨੂੰ ਦਿੱਲੀ ਦੇ ਵਿੱਚ ਕਿਸਾਨ ਪਰੇਡ ਕਰਨ ਜਾ ਰਹੇ ਨੇ ਟਰੈਕਟਰ ਮਾਰਚ ਨਾਲ। ਜਣੀ ਉਹ 'ਤੇ ਗੱਲ ਕੱਲ੍ਹ ਵੀ ਜਣੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ, ਅੱਜ ਵੀ ਮੀਟਿੰਗ ਹੋਈ ਹੈ ਲਗਭਗ ਉੱਥੇ। ਜਣੀ ਉੱਥੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ, ਸੁਪਰੀਮ ਕੋਰਟ ਨੇ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ 'ਤੇ ਗੱਲ ਛਿੜਤੀ ਵੀ ਦਿੱਲੀ ਦੀ ਪੁਲਿਸ ਸੋਚੇ ਵੀ ਉੱਥੇ ਮੇਨਟੇਕ ਕਿਵੇਂ ਰੱਖਣਾ ਹੈ, ਠੀਕ ਹੈ ਕਿ ਨਹੀਂ। ਜਣੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ। ਇਸ ਕਰਕੇ ਦਿੱਲੀ ਦੀ ਪੁਲਿਸ ਨੂੰ ਸੁਪਰੀਮ ਕੋਰਟ ਨੇ ਖੁੱਲ੍ਹ ਦੇਤੀ ਵੀ ਉਹ ਤੁਹਾਡੀ ਮਰਜ਼ੀ ਹੈ ਵੀ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਪਰੇਡ ਕਰਨ ਦੇਣੀ ਹੈ ਕਿ ਨਹੀਂ ਕਰਨ ਦੇਣੀ। ਇਸ ਕਰਕੇ ਇਹ ਤਾਂ ਇੰਨੀਆਂ ਕੁ ਗੱਲਾਂ ਅੱਜ ਉੱਥੇ ਹੋਈਆਂ ਨੇ। ਅਗਲੀ ਡੇਟ ਜਣੀ ਲਗਭਗ ਉਹਨਾਂ ਨੇ ਤੈਅ ਕੀਤੀ ਅੱਜ ਵੀ 22 ਤਰੀਕ ਨੂੰ ਦੁਬਾਰਾ ਫੇਰ ਜਣੀ ਉਹ ਇਸ ਗੱਲ 'ਤੇ ਬੈਠਣਗੇ। ਕਿਉਂਕਿ ਉਹ ਜਿਹੜਾ ਕਿਸਾਨਾਂ ਦਾ ਗੁੱਸਾ ਹੈ, ਉਹ ਕਿਸਾਨਾਂ ਦਾ ਜਿਹੜਾ ਗੁੱਸਾ ਠੰਡਾ ਕਰਨ ਵਾਸਤੇ ਜਣੀ ਬਾਰ-ਬਾਰ ਤਰੀਕਾਂ ਤੈਅ ਹੁੰਦੀਆਂ ਨੇ ਵੀ ਅੱਜ 2 ਦਿਨਾਂ ਦੀ ਡੇਟ ਹੈ, ਅੱਜ 20 ਹੋਈ ਹੈ, ਪਰਸੋਂ ਨੂੰ ਜਣੀ 22 ਨੂੰ ਫੇਰ ਮੀਟਿੰਗ ਹੈ। ਇਹ ਜਣੀ ਗੁੱਸਾ ਠੰਡਾ ਜਿਹੜਾ ਇਸ ਤਰ੍ਹਾਂ ਕਿਸਾਨਾਂ ਦਾ ਨਹੀਂ ਹੋਣਾ, ਕਿਉਂਕਿ ਇਹ ਸਰਕਾਰਾਂ ਨੂੰ, ਮੋਦੀ ਹਕੂਮਤ ਨੂੰ ਭੁਲੇਖਾ ਹੈ। ਕਿਉਂਕਿ ਜਿੱਡੇ ਵੱਡੇ ਮੋਦੀ ਹਕੂਮਤ ਪਹਿਲਾਂ ਫੈਸਲੇ ਕਰਦੀ ਆਈ ਹੈ। ਤੁਸੀਂ ਦੇਖਿਆ 370 ਧਾਰਾ ਜਣੀ ਜੰਮੂ ਦੇ ਵਿੱਚ ਜਦੋਂ ਉਹਨਾਂ ਨੇ ਤੋੜੀ ਹੈ, 35 ਧਾਰਾ ਖਤਮ ਕੀਤੀ ਹੈ, ਉਦੋਂ ਜਣੀ ਉਹਨਾਂ ਨੇ ਕਿਸੇ ਦੀ ਗੱਲਬਾਤ ਨਹੀਂ ਸੁਣੀ। ਹੁਣ ਵੀ ਜਣੀ ਉਸ ਤੋਂ ਬਾਅਦ ਨੋਟਬੰਦੀ ਦਾ ਫੈਸਲਾ ਕੀਤਾ ਉਹਨਾਂ ਨੇ, ਉਦੋਂ ਉਹਨਾਂ ਨੂੰ ਲੱਗਿਆ ਵੀ ਨਹੀਂ, ਜੋ ਅਸੀਂ ਕਹਿ ਤਾ ਰਾਤ ਨੂੰ ਲਗਭਗ 12 ਵਜੇ ਨੋਟਬੰਦੀ ਦਾ ਫੈਸਲਾ ਹੋਇਆ। ਫਿਰ ਤੁਸੀਂ ਉਸ ਤੋਂ ਬਾਅਦ ਦੇਖਿਆ ਦਿੱਲੀ ਦੇ ਵਿੱਚ ਜਿੱਡਾ ਵੱਡਾ ਘੋਲ ਹੈ ਜਿਹੜਾ ਮੁਸਲਮਾਨ ਭਰਾਵਾਂ ਦਾ ਚੱਲਿਆ। ਜਣੀ ਉਦੋਂ ਉਹਨਾਂ ਨੇ ਬਹੁਤ ਵੱਡਾ ਧੱਕੇਸ਼ਾਹੀ ਜਣੀ RSS ਤੋਂ ਬਹੁਤ ਸਾਰੀ ਧੱਕੇਸ਼ਾਹੀ ਜਣੀ ਉਹਨਾਂ ਮੁਸਲਮਾਨ ਭਰਾਵਾਂ 'ਤੇ ਕਰਵਾਈ ਉਹਨਾਂ ਨੇ। ਉਦੋਂ ਵੀ ਜਣੀ
ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਉਹਨਾਂ ਦੀ ਹਮਾਇਤ ਤੇ ਉਦੋਂ ਵੀ ਆਈ ਹੈ। ਤੇ ਉਸ ਤੋਂ ਬਾਅਦ ਜਾਣੀ ਆਪਣੇ ਜਦੋਂ ਜੰਮੂ ਦੀ ਗੱਲ ਹੋਈ ਹੈ, ਨੋਟਬੰਦੀ ਦੀ ਗੱਲ ਹੋਈ ਹੈ, ਜਾਣੀ ਉਦੋਂ ਆਪਾਂ ਉਹਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦੇ ਰਹੇ ਹਾਂ। ਪਰ ਸਾਨੂੰ ਉਦੋਂ ਸਵਾਲ ਹੁੰਦੇ ਵੀ ਲੜਾਈ ਜੰਮੂ ਦੀ ਹੈ ਤੇ ਲੜਾਈ ਤੁਸੀਂ ਪੰਜਾਬ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਕਾਹਦੇ ਵਾਸਤੇ ਮਾਰ ਰਹੇ ਹੋ। ਪਰ ਸਾਡੀ ਜਥੇਬੰਦੀ ਬਹੁਤ ਸੁਲਝੀ ਹੋਈ ਹੈ। ਸਾਡੀ ਸੂਬਾ ਕਮੇਟੀ ਨੇ ਉਦੋਂ ਵੀ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਵੀ ਭਰਾਵੋ ਤੁਹਾਨੂੰ ਭੁਲੇਖਾ ਹੈ, ਜਾਣੀ ਇਹ ਭੁਲੇਖਾ ਤੁਹਾਡਾ ਥੋੜ੍ਹੇ ਸਮੇਂ ਦੇ ਵਿੱਚ ਮੋਦੀ ਹਕੂਮਤ ਤੁਹਾਡੇ 'ਤੇ ਬਹੁਤ ਵੱਡਾ ਹਮਲਾ ਕਰਨ ਆ ਰਹੀ ਹੈ। ਜਾਣੀ ਅੱਜ ਉਹ ਗੱਲਾਂ ਸਾਡੇ ਸਾਰੇ ਭਰਾਵਾਂ ਦੇ ਸਾਹਮਣੇ ਨੇ। ਜਦੋਂ ਇਹ ਕਾਲੇ ਕਾਨੂੰਨ ਲੈ ਕੇ ਆਏ ਨੇ, ਜਾਣੀ ਮੋਦੀ ਹਕੂਮਤ ਨੂੰ ਇਹ ਬਹੁਤ ਵੱਡਾ ਭੁਲੇਖਾ ਸੀ ਵੀ ਮੈਂ ਪਹਿਲਾਂ ਜੋ ਫੈਸਲੇ ਕੀਤੇ ਕਿਸੇ ਨੇ ਮੇਰੀ ਗੱਲ ਜਾਣੀ ਉਲਟਾਈ ਤੱਕ ਨਹੀਂ। ਹਰੇਕ ਗੱਲ ਮੈਂ ਜੋ ਕਹਿਤੀ ਮੂੰਹ ਤੋਂ ਉਹੀ ਹੁੰਦੀ ਰਹੀ ਹੈ, ਕਿਉਂਕਿ ਜਿਹੜੀ 56 ਇੰਚ ਦੀ ਛਾਤੀ ਵਾਲੀ ਗੱਲ ਹੁੰਦੀ ਹੈ। ਜਾਣੀ ਹੁਣ ਮੋਦੀ ਹਕੂਮਤ ਪਹਿਲੀ ਵਾਰ ਹੋਇਆ ਜਿਹੜਾ ਕਿਸਾਨਾਂ ਨਾਲ ਅੱਟਣ ਵਾਲੇ ਹੱਥਾਂ ਨਾਲ ਜਾਣੀ ਕਿਸਾਨਾਂ ਨਾਲ ਮੋਦੀ ਹਕੂਮਤ ਦੇ ਹੱਥ ਜੋੜੇ ਨੇ ਜੇ ਕਹਿਣਾ ਹੋਵੇ। ਜਾਣੀ ਪਹਿਲੀ ਵਾਰੀ ਹੈ ਜਿਹੜੇ ਕਿਸਾਨਾਂ ਨੇ ਐਡਾ ਵੱਡਾ ਅੰਦੋਲਨ ਛੇੜ ਕੇ, ਬੇਸ਼ੱਕ ਲਗਭਗ ਸਾਨੂੰ 4.5 ਮਹੀਨਿਆਂ ਦੇ ਗੇੜ ਹੋ ਗਿਆ, ਬੇਸ਼ੱਕ ਉਹ ਪੰਜਾਬ ਤੋਂ ਸ਼ੁਰੂ ਕਰਕੇ ਅਸੀਂ ਅੱਜ ਦਿੱਲੀ ਦੇ ਹਿੱਕ ਦੇ ਉੱਪਰ ਆ ਕੇ ਬੈਠੇ ਹਾਂ। ਜਾਣੀ ਅੱਜ ਇੱਥੇ ਮੋਦੀ ਹਕੂਮਤ ਨੂੰ ਦਿੱਲੀ ਦੀ ਧਰਤੀ ਦੇ ਉੱਤੇ ਆ ਕੇ ਇਹਨਾਂ ਕਿਸਾਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਮੋਦੀ ਹਕੂਮਤ ਨੂੰ ਮਜਬੂਰ ਕੀਤਾ। ਜਿਵੇਂ ਹੁਣ ਪਹਿਲਾਂ ਆਪਾਂ ਦੇਖਿਆ ਹੈਗਾ ਵੀ ਸੁਪਰੀਮ ਕੋਰਟ ਨੇ ਵੀ ਕਿਹਾ ਹੈਗਾ ਵੀ ਇਹਨਾਂ ਨੂੰ 2-3 ਸਾਲਾਂ ਲਈ ਹੋਲਡ 'ਤੇ ਰੱਖ ਲੈਂਦੇ ਹੈਗੇ। ਅੱਜ ਦੀ ਮੀਟਿੰਗ ਦੇ ਵਿੱਚ ਸਰਕਾਰ ਵੀ ਕੁਛ ਝੁਕੀ ਲੱਗਦੀ ਗੀ, ਇਹਨੂੰ ਆਪਾਂ ਆਪਣੇ ਸਮਝੀਏ ਵੀ ਜਿੱਤ ਸਮਝੀਏ ਥੋੜ੍ਹੀ ਬਾਹਲੀ, ਜਾਂ ਕਿਵੇਂ ਲੈਂਦੇ ਹੋ? ਜਿਹੜੀ ਹੋਲਡ ਵਾਲੀ ਗੱਲ ਤੁਸੀਂ ਕਹਿ ਰਹੇ ਹੋ ਨਾ, ਜਿਹੜੀ ਹੋਲਡ ਵਾਲੀ ਗੱਲ ਕੋਈ ਐਡੀ ਮਹਿਣਾ ਨਹੀਂ ਰੱਖਦੀ। ਅੱਜ ਉਹ ਹੋਲਡ ਕਰਦੇ, ਕੱਲ੍ਹ ਨੂੰ ਉਹਨਾਂ ਨੂੰ ਮਹੀਨੇ ਨੂੰ 2 ਮਹੀਨਿਆਂ ਨੂੰ ਫੇਰ ਦੁਬਾਰਾ ਉਹੀ ਕਾਨੂੰਨ ਨੇ ਜਿਹੜੇ ਲਾਗੂ ਹੋ ਸਕਦੇ ਨੇ। ਇਹ ਤਾਂ ਜਾਣੀ ਆਪਣੀਆਂ ਜਥੇਬੰਦੀਆਂ ਨੇ ਬਿਲਕੁਲ ਰੱਦ ਕੀਤਾ। ਜਿਹੜੀ ਗੱਲ ਤੁਸੀਂ ਅਗਲੀ ਕਹਿ ਰਹੇ ਹੋ ਝੁਕੀ ਵਾਲੀ ਗੱਲ, ਇਹ ਬਿਲਕੁਲ ਸਹੀ ਹੈ ਗੱਲ, ਕਿਉਂਕਿ ਜਿੰਨਾ ਪਹਿਲਾਂ ਤੁਸੀਂ ਦੇਖਿਆ ਹਰਜੀਤ ਗਰੇਵਾਲ ਹੋਵੇ ਜਾਂ ਜੈਣੀ ਹੋਵੇ, ਜਿਹੜੇ ਆਗੂ ਪੰਜਾਬ ਦੇ ਆਗੂਆਂ ਦੀ ਸ਼ਬਦਾਵਲੀ ਇੰਨੀ ਮਾੜੀ ਸੀ ਜੇ ਕਹਿਣਾ ਹੋਵੇ, ਜਿਹੜੇ ਆਮ ਕਿਸਾਨ ਸਧਾਰਨ ਕਿਸਾਨ ਵੀ ਉਦੋਂ ਵਧੀਆ ਜਾਣੀ ਜਿਹੜੀ ਆਪਦੀ ਬੋਲੀ ਆ ਉਹ ਵਧੀਆ ਸ਼ਬਦਾਂ ਦੇ ਵਿੱਚ ਯੂਜ਼ ਕਰਦੇ ਨੇ। ਪਰ ਇੱਕ ਐਡਾ ਵੱਡਾ ਬੀਜੇਪੀ ਦਾ ਆਗੂ ਹੋਵੇ, ਉਹ ਇਹਨਾਂ ਕਿਸਾਨਾਂ ਲਈ ਇਹੋ ਜਿਹੇ ਸ਼ਬਦ ਵਰਤੇ ਜਿਹੜੇ ਸ਼ਬਦ ਜਾਣੀ ਸੁਣਨ ਦੇ ਯੋਗ ਵੀ ਨਹੀਂ। ਜਾਣੀ ਅਸੀਂ ਉਹਦੇ ਸ਼ਬਦ ਸੁਣੇ ਨੇ, ਉਹਨਾਂ ਨੇ ਉਹ ਸ਼ਬਦ ਕਹੇ ਨੇ ਕਿਤੇ ਨਕਸਲੀ, ਕਿਤੇ ਅੱਤਵਾਦੀ, ਜਾਣੀ ਨਰਸੈੜੀ, ਬਹੁਤ ਸਾਰੇ ਸ਼ਬਦ ਜਿਹੜੇ ਕਿਸਾਨਾਂ ਲਈ ਯੂਜ਼ ਕੀਤੇ ਉਹਨਾਂ ਨੇ। ਇਸ ਕਰਕੇ ਅੱਜ ਉਹਨਾਂ ਦੀ ਜਿਹੜੀ ਬੋਲੀ ਹੈ, ਮੈਂ ਇਕੱਲੇ ਜਾਣੀ ਜਿਹੜਾ ਹਰਜੀਤ ਗਰੇਵਾਲ ਹੈ ਉਹਦੀ ਇੰਟਰਵਿਊ ਸੁਣ ਰਿਹਾ ਸੀ, ਜਾਣੀ ਉਹਦਾ ਉਦੋਂ ਨਾਲੋਂ ਹੁਣ ਜੇ ਕਹਿਣਾ ਹੋਵੇ ਦਿਨ ਰਾਤ ਦਾ ਵੱਟਾ ਹੈ। ਜਾਣੀ ਹੁਣ ਉਹਨੇ ਕਿਹਾ ਵੀ ਯਾਰ ਮੈਂ ਇਸ ਤਰ੍ਹਾਂ ਦਾ ਕਿਸਾਨਾਂ ਨੂੰ ਕੋਈ ਕਿਤੇ ਸ਼ਬਦ ਬੋਲੇ ਹੀ ਨਹੀਂ। ਪਰ ਇੱਕ ਗੱਲ ਹੈ, ਮੈਂ ਬੀਜੇਪੀ ਦਾ ਆਗੂ ਹਾਂ, ਪਰ ਸਾਡੀ ਜਿਹੜੀ ਮੋਦੀ ਹਕੂਮਤ ਆ ਉਹ ਕਹਿੰਦੀ ਆ ਵੀ ਕਾਨੂੰਨ ਰੱਦ ਨਹੀਂ ਹੋਣੇ, ਕਿਸਾਨ ਕਹਿੰਦੇ ਨੇ ਕਾਨੂੰਨ ਰੱਦ ਕਰਾਉਣੇ ਨੇ। ਇਸ ਕਰਕੇ ਮੈਨੂੰ ਆਪਣੀ ਸਰਕਾਰ ਦੀ ਬੋਲੀ ਤਾਂ ਬੋਲਣੀ ਪੈਣੀ ਹੈ। ਜਾਣੀ ਉਹਨੂੰ ਭਰਾ ਨੂੰ ਅਸੀਂ ਇਹ ਦੱਸਣਾ ਹੈ ਵੀ ਬੇਸ਼ੱਕ ਯਾਰ ਤੂੰ ਬੀਜੇਪੀ ਦਾ ਆਗੂ ਹੈ, ਅਸੀਂ ਕਦੋਂ ਕਹਿੰਦੇ ਆ ਵੀ ਤੂੰ ਸਾਡੀ ਬੋਲੀ ਬੋਲ, ਪਰ ਤੂੰ ਬੋਲੀ ਬੀਜੇਪੀ ਦੀ ਬੋਲੀ ਚੱਲ, ਪਰ ਘੱਟੋ ਘੱਟ ਜਿਹੜੇ ਸ਼ਬਦ ਨੇ ਉਹ ਤਾਂ ਵਧੀਆ ਯੂਜ਼ ਕਰ ਲੈ। ਹੋਰ ਵੀ ਤੇਰੇ ਆਗੂ ਨੇ ਉਹ ਵੀ ਬੋਲਦੇ ਨੇ, ਇਸ ਲਈ ਜਿਹੜੀ ਉਹਦੀ ਬੋਲੀ ਆ ਉਹਦੇ ਵਿੱਚ ਬਹੁਤ ਵੱਡਾ ਅੰਤਰ ਆਇਆ, ਬਹੁਤ ਵੱਡਾ ਫਰਕ ਹੋਇਆ। ਇਸ ਗੱਲ ਨੂੰ ਅਸੀਂ ਸਮਝਦੇ ਹਾਂ ਵੀ ਜਿਹੜੀ ਮੋਦੀ ਹਕੂਮਤ ਹੈ, ਜਿਹੜਾ 56 ਇੰਚ ਦੀ ਛਾਤੀ ਵਾਲਾ ਸੀ, ਅੱਜ ਉਹਦੀ ਛਾਤੀ ਸੁੰਗੜ ਕੇ ਜੇ ਕਹਿਣਾ ਹੋਵੇ, ਮੈਨੂੰ ਲੱਗਦਾ ਵੀ ਉਹ 30 ਇੰਚ ਦੀ ਰਹੇਗੀ, ਤਾਂ ਕਿ ਜਾਣੀ ਇਹ ਮੋਦੀ ਹਕੂਮਤ ਨੂੰ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਨੇ। ਕਿਉਂਕਿ ਅੱਜ ਦਾ ਜਿਹੜਾ ਅੰਦੋਲਨ ਹੈ ਇਹ ਇਕੱਲੇ ਭਾਰਤ ਦਾ ਨਹੀਂ ਰਿਹਾ, ਇਹ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਿਆ। ਕਿਉਂਕਿ ਪੂਰੀ ਦੁਨੀਆ ਦੇ ਵਿੱਚੋਂ ਜਿੰਨੇ ਵੱਡੇ ਪੱਧਰ 'ਤੇ ਤੁਸੀਂ ਦੇਖਦੇ ਹੋ, ਜਾਣੀ ਸਾਡੇ ਭਰਾਵਾਂ ਨੂੰ ਨੋਟਿਸ ਆਏ ਨੇ। ਇਹ ਨੋਟਿਸ ਆਉਣ ਦਾ ਕਾਰਨ ਹੀ ਤੁਸੀਂ ਸਮਝ ਸਕਦੇ ਹੋ, ਜਾਣੀ ਇਹ ਮੋਦੀ ਹਕੂਮਤ ਬਖਲਾਟ ਦੇ ਵਿੱਚ ਆਈ ਹੋਈ ਹੈ। ਇਹ ਬਖਲਾਟ ਦੀ ਨਿਸ਼ਾਨੀ ਹੈ, ਕਿਉਂਕਿ ਮੋਦੀ ਹਕੂਮਤ ਨੂੰ ਜੇ ਸਾਡੇ NRI ਭਰਾ ਪੰਜਾਬ ਦੀ ਧਰਤੀ ਨਾਲ ਉਹਨਾਂ ਦਾ ਪਿਆਰ ਜੁੜਿਆ ਹੋਇਆ, ਇੱਥੇ ਉਹਨਾਂ ਦੀਆਂ ਜ਼ਮੀਨਾਂ ਨੇ, ਬੱਚੇ ਨੇ, ਪਰਿਵਾਰ ਨੇ, ਉਹਨਾਂ ਨੂੰ ਮੋਹ ਹੈ। ਜਾਣੀ ਜੇ ਉਹ ਮਾੜੀ ਮੋਟੀ ਆਪਣੀ 10-9 ਦੀ ਕਿਰਤ ਕਮਾਈ ਦੇ ਵਿੱਚੋਂ ਮਦਦ ਕਰਕੇ ਪੈਸੇ ਇਕੱਠੇ ਕਰਕੇ ਕਿਸਾਨਾਂ ਦੇ ਅੰਦੋਲਨ ਲਈ ਕੁਛ ਨਾ ਕੁਛ ਰਾਸ਼ੀ, ਕੁਛ ਸਮਾਨ ਭੇਜਦੇ ਨੇ, ਤਾਂ ਮੋਦੀ ਹਕੂਮਤ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਚੁੱਭਦੀ ਹੈ। ਪਰ ਦੂਜੇ ਪਾਸੇ ਜੇ ਬੀਜੇਪੀ ਵਾਲਿਆਂ ਦਾ ਦੇਖਿਆ ਜਾਵੇ, ਜਾਣੀ ਜਿੱਡੀ ਵੱਡੀ
ਇਸ ਨੇ ਪਿੱਛੇ ਨੋਟਬੰਦੀ ਵੇਲੇ ਕਿਹਾ ਸੀ ਮੈਂ ਕਾਲਾ ਧਨ ਹੈ ਜਿਹੜਾ ਉਹ ਵਾਪਸ ਲਿਆਉਂਗਾ। ਸਵਿਟਜ਼ਰਲੈਂਡ ਦੀਆਂ ਬੈਂਕਾਂ ਭਰੀਆਂ ਪਈਆਂ ਨੇ। ਜਾਣੀ ਇਹਨਾਂ ਦੇ ਲੀਡਰਾਂ ਕੋਲੇ ਕਿੰਨਾ ਕਿੰਨਾ ਧਨ ਹੈ ਉਹਦਾ ਫਿਕਰ ਨਹੀਂ। ਉਹ ਨਹੀਂ ਮੋਦੀ ਹਕੂਮਤ ਨੂੰ ਦਿਖਦਾ ਵੀ ਆ ਜਿਹੜਾ 2 ਨੰਬਰ ਦਾ ਧਨ ਤੀ ਚਿੱਟਾ ਕਰ ਲਿਆ ਇਹਨਾਂ ਨੇ, ਸਫੈਦ ਕਰ ਲਿਆ। ਪਰ ਆ ਕਿਸਾਨਾਂ ਲਈ ਜਿਹੜਾ ਆ ਰਿਹਾ ਇਹ ਇਹਨਾਂ ਨੂੰ ਦੁਖਦਾ। ਜਸਵੰਤ ਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਵੇਂ ਸਰਕਾਰ ਹੈਗੀ ਪੰਜਾਬ ਦੀ ਕੈਪਟਨ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ, ਪਰ ਦੂਜੇ ਪਾਸੇ ਉਹਨੇ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦਾ ਵੀ ਐਲਾਨ ਕਰਤਾ। ਇਹਨੂੰ ਕਿਵੇਂ ਲੈਂਦੇ? ਜਾਣੀ ਇਹ ਸਰਕਾਰਾਂ ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਇਹ ਬਿਲਕੁਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਦੀ ਕਿਤੇ ਕੋਈ ਗੱਲ ਹੀ ਨਹੀਂ ਕੀਤੀ। ਜੇ ਕਹਿਣਾ ਹੋਵੇ ਪਹਿਲਾਂ ਇਹ ਕਾਂਗਰਸ ਸਰਕਾਰ ਵੇਲੇ 2017 'ਚ ਕਾਨੂੰਨ ਬਣਿਆ, ਉਹ ਕਿਹੜਾ ਇਸ ਕਾਨੂੰਨ ਨਾਲੋਂ ਘੱਟ ਹੈ। 2013 ਦੇ ਵਿੱਚ ਜਿਹੜਾ ਅਕਾਲੀ ਦਲ ਨੇ ਬਣਾਇਆ ਉਹ ਕਿਹੜਾ ਘੱਟ ਹੈ। ਜਾਣੀ ਜਿਹੜੇ ਉਹ ਕਾਨੂੰਨ ਨੇ ਦੋਨੇ, ਉਹ ਵੀ ਅਸੀਂ ਮੁੱਢੋਂ ਲੈ ਕੇ ਉਦੋਂ ਤਾਂ ਕਹਿੰਦੇ ਆ ਰਹੇ ਹਾਂ ਵੀ ਉਹ ਵੀ ਦੋਨੇ ਰੱਦ ਹੋਣੇ ਚਾਹੀਦੇ ਨੇ, ਕਿਉਂਕਿ ਉਹ ਇਹਨਾਂ ਜਿਹੜੇ ਕਾਨੂੰਨ ਬਣਾਏ ਨੇ ਕਾਲੇ ਤਿੰਨ ਮੋਦੀ ਹਕੂਮਤ ਨੇ, ਇਹਨਾਂ ਨਾਲ ਮਿਲਵੇਂ ਜੁਲਵੇਂ ਨੇ। ਇੱਕ ਪਾਸੇ ਤਾਂ ਕੈਪਟਨ ਸਾਹਿਬ ਇਹ ਦਿਖਾ ਰਿਹਾ ਵੀ ਮੈਂ ਕਿਸਾਨਾਂ ਦਾ ਹਿਤੈਸ਼ੀ ਹਾਂ, ਮੈਂ ਕਿਸਾਨਾਂ ਦੇ ਵਾਸਤੇ ਜਿੱਡੀ ਮਰਜ਼ੀ ਕੁਰਬਾਨੀ ਦੇਣੀ ਪੈ ਜੇ ਮੈਂ ਦੇਣ ਨੂੰ ਤਿਆਰ ਹਾਂ। ਤੁਸੀਂ ਦੇਖਿਆ ਅਕਾਲੀ ਦਲ ਨੇ ਵੀ ਉਦੋਂ ਇਹੀ ਗੱਲਾਂ ਕਹੀਆਂ। ਅਕਾਲੀ ਦਲ ਦੇ ਸਾਹਮਣੇ ਤੁਹਾਡੇ ਸਾਹਮਣੇ ਅਸੀਂ ਬਠਿੰਡੇ ਦੇ ਵਿੱਚ ਮੋਰਚਾ ਲਾਇਆ, ਦੂਜੇ ਪਾਸੇ ਪਟਿਆਲੇ ਦੇ ਵਿੱਚ ਮੋਰਚਾ ਲਾਇਆ। ਜਾਣੀ ਉਦੋਂ ਇਹ ਕਹਿੰਦੇ ਤੇ ਵੀ ਨਾ ਤੁਸੀਂ ਪਟਿਆਲੇ ਵੜ ਸਕਦੇ ਹੋ ਨਾ ਬਠਿੰਡੇ ਵੜ ਸਕਦੇ ਹੋ, ਪਰ ਕਿਸਾਨਾਂ ਦੀ ਐਡੀ ਵੱਡੀ ਤਾਕਤ ਨੇ ਅਕਾਲੀ ਦਲ ਨੂੰ ਵੀ ਉਦੋਂ ਮਜਬੂਰ ਕੀਤਾ। ਜਿਹੜੀ ਹਰਸਿਮਰਤ ਤੇ ਸੁਖਬੀਰ ਬਾਦਲ ਕਹਿੰਦੇ ਤੇ ਵੀ ਇਹ ਕਾਨੂੰਨ ਹੀ ਬਹੁਤ ਵਧੀਆ ਨੇ, ਇਹ ਕਾਨੂੰਨ ਤਾਂ ਕਿਸਾਨਾਂ ਵਾਸਤੇ ਬਹੁਤ ਵਧੀਆ ਸਾਬਤ ਹੋਣਗੇ। ਜਾਣੀ ਉਹਨਾਂ ਨੂੰ ਜਦੋਂ ਦੱਸੀ ਇਹ ਸਾਰੀ ਹਿਸਟਰੀ ਸਾਰੀ ਗੱਲ, ਉਹਨਾਂ ਨੇ ਬਕਾਇਦਾ ਇਹ ਗੱਲ ਮੰਨੀ ਤੇ ਉਹ ਹਰਸਿਮਰਤ ਨੂੰ ਵੀ ਅਸਤੀਫਾ ਦੇਣਾ ਪੈ ਗਿਆ। ਜਿਹੜਾ ਲੰਮੇ ਸਮੇਂ ਤੋਂ ਨਾਤਾ ਜੁੜਿਆ ਹੋਇਆ ਸੀ ਉਹ ਨਾਤਾ ਵੀ ਉਹਨਾਂ ਨੂੰ ਤੋੜਨਾ ਪੈ ਗਿਆ। ਰਹਿ ਗਈ ਗੱਲ ਕੈਪਟਨ ਦੀ ਜਿਹੜੀ ਤੁਸੀਂ ਪੁੱਛ ਰਹੇ ਹੋ, ਕੈਪਟਨ ਸਾਹਿਬ ਜਾਣੀ ਇੱਕ ਪਾਸੇ ਬੀਜੇਪੀ ਵਾਲੇ ਮੋਦੀ ਸਾਹਿਬ ਦੇ ਹਿੱਤ ਵੀ ਆਉਂਦੇ ਨੇ ਤੇ ਦੂਜੇ ਪਾਸੇ ਉਹਨੂੰ ਕਿਸਾਨਾਂ ਦਾ ਜਿਹੜਾ ਐਡਾ ਵੱਡਾ ਅੰਦੋਲਨ ਹੈ ਇਹ ਵੀ ਡਰਾ ਰਿਹਾ ਹੈ। ਇਹ ਵੀ ਕਹਿ ਰਿਹਾ ਵੀ ਉਹਨੂੰ ਲੱਗਦਾ ਵੀ ਸ਼ਾਇਦ ਮੈਂ ਮਾੜਾ ਮੋਟਾ ਦੋਵੇਂ ਪਾਸੇ ਇਸ ਤਰ੍ਹਾਂ ਡੱਕਾ ਡੇਗਦੇ ਜਿਹਦੇ ਮਾੜਾ ਮੋਟਾ ਮੋਦੀ ਸਾਹਿਬ ਬਾਹ ਨੂੰ ਵਟਾ ਦਿੰਦੇ ਨੇ ਤਾਂ ਉਦੋਂ ਮੋਦੀ ਵਾਲੀ ਬੋਲੀ ਬੋਲਣ ਆ ਜਾਂਦਾ ਹੈ। ਜਦੋਂ ਇੱਧਰੋਂ ਕਿਸਾਨਾਂ ਵਾਲਾ ਅੰਦੋਲਨ ਦਿੰਦਾ ਤਾਂ ਉਦੋਂ ਕਿਸਾਨਾਂ ਵਾਲੀ ਦੀ ਮਾੜਾ ਉਠਾਈਦੇ। ਇਹ ਬਿਲਕੁਲ ਜਿਹੜੀਆਂ ਚੋਣਾਂ ਦਾ ਹੈ ਉਹ ਇਸੇ ਕਰਕੇ ਆ ਵੀ ਜਿਹੜਾ ਇੱਥੇ ਕਿਸਾਨਾਂ ਦਾ ਐਡਾ ਵੱਡਾ ਅੰਦੋਲਨ ਛੇੜਿਆ ਹੋਇਆ, ਇੱਧਰ ਸ਼ਾਇਦ ਕਿਤੇ ਇਕੱਠ ਘਟ ਜੇ, ਇੱਧਰ ਨੂੰ ਲੋਕ ਨਾ ਜਾਣ ਤਾਂ ਕਿ ਉੱਧਰ ਚੋਣਾਂ ਵਾਲੇ ਪਾਸੇ ਧਿਆਨ ਹੋ ਜੇ। ਇਹ ਕੈਪਟਨ ਸਾਹਿਬ ਨੂੰ ਭੁਲੇਖਾ ਹੈ। ਹੁਣ ਤਾਂ ਲੋਕਾਂ ਨੇ ਇਹ ਮਨ ਬਣਾ ਲਏ, ਪਿੰਡਾਂ ਦੇ ਵਿੱਚ ਜਿਹੜੇ ਇਹ ਜਾਂਦੇ ਨੇ ਇਹਨਾਂ ਨੂੰ ਲੋਕ ਸਵਾਲ ਕਰਦੇ ਨੇ, ਚਾਹੇ ਉਹ ਕੈਪਟਨ ਹੋਵੇ ਚਾਹੇ ਬਾਦਲ ਕਾ ਲਾਣਾ ਹੋਵੇ। ਬੀਜੇਪੀ ਦਾ ਤਾਂ ਉਹੀ ਬਾਈਕਾਟ ਕਰ ਰੱਖਿਆ ਸਾਰੇ ਪਾਸੇ। ਹਰਿਆਣੇ ਦੇ ਵਿੱਚ ਤੁਸੀਂ ਦੇਖਿਆ, ਰਾਜਸਥਾਨ ਦੇ ਵਿੱਚ ਦੇਖਿਆ, ਪੰਜਾਬ ਦੇ ਵਿੱਚ ਦੇਖਿਆ। ਜਾਣੀ ਇਹ ਬੀਜੇਪੀ ਦਾ ਤਾਂ ਬਕਾਇਦਾ ਬਾਈਕਾਟ ਕੀਤਾ ਹੋਇਆ ਵੀ ਇਹਨਾਂ ਨੂੰ ਕਿਸੇ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਇਹੀ ਜੇ ਅਸਰ ਇਹਨਾਂ ਦਾ ਰਿਹਾ ਤਾਂ ਕੈਪਟਨ ਕਾ ਵੀ ਉਹੀ ਅਸਰ ਹੋਣਾ ਜਿਹੜਾ ਅੱਜ ਮੋਦੀ ਕੇ ਲਾਣੇ ਦਾ ਹੋ ਰਿਹਾ। ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਇਹ ਚੋਣਾਂ ਵਾਲਾ ਤਰੀਕਾ ਛੱਡ ਕੇ ਸਾਫ਼ ਜੇ ਉਹਨਾਂ ਨੇ ਸੱਚ ਦੀਂਦਾ ਕਿਸਾਨਾਂ ਵਾਸਤੇ ਉਹਨਾਂ ਨੂੰ ਇੰਨੀ ਹਮਦਰਦੀ ਹੈ। ਜਿਵੇਂ ਆਹ ਡਰਾਮੇ ਜੇ ਕਰ ਰਹੇ ਨੇ, ਡਰਾਮੇ ਨਹੀਂ ਕਰਨੇ ਚਾਹੀਦੇ। ਉਹਨਾਂ ਨੂੰ ਸਾਫ਼ ਤਰੀਕੇ ਨਾਲ ਜਾਣੀ ਆ ਕੇ ਕਿਸਾਨਾਂ ਦੀ ਸਪੋਰਟ ਤੇ ਆਹ ਬਥੇਰੀ ਜਗ੍ਹਾ ਵਿਹਲੀ ਪਈ ਆ ਦਿੱਲੀ ਦੇ ਆਲੇ ਦੁਆਲੇ, ਉਹ ਬੈਠ ਜਾਣ ਇੱਕ ਰੋਡ ਤੇ ਆ ਕੇ ਸਾਰੇ ਉਹਨਾਂ ਦੀ ਜਿੱਡੀ ਵੱਡੀ ਪਾਰਟੀ ਹੈ, ਕਿੰਨੇ ਸੂਬਿਆਂ 'ਚ ਉਹਨਾਂ ਦੀ ਪਾਰਟੀ ਬੈਠੀ ਹੈ, ਉਹਨਾਂ ਸੂਬਿਆਂ ਦੇ ਵਿੱਚੋਂ ਕਿਸਾਨਾਂ ਨੂੰ ਆਪਦੇ ਜਿਹੜਾ ਕੇਡਰ ਉਹਨੂੰ ਲੈ ਕੇ ਇਸ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਹੈ। ਪਰ ਇਸ ਤਰ੍ਹਾਂ ਨਹੀਂ ਕਰਦੇ, ਡਰਾਮੇ ਜ਼ਰੂਰ ਕਰਦੇ ਨੇ। ਕਿਤੇ ਟਰੈਕਟਰ ਰੈਲੀ ਕਰਤੀ, ਕਿਤੇ ਇੱਕ ਪਾਸੇ ਰੋਡ ਤੇ ਬੈਠ ਕੇ ਥੋੜ੍ਹੇ ਦਿਨ ਡਰਾਮਾ ਕਰਤਾ ਵੀ ਅਸੀਂ ਕਿਸਾਨਾਂ ਦੀ ਸਪੋਰਟ ਤੇ ਆ ਰਹੇ। ਇਹ ਡਰਾਮੇਬਾਜ਼ੀ ਨਹੀਂ ਅੱਜ ਚੱਲਣੀ। ਅੱਜ ਜੇ ਕਰਨੀ ਹੈ ਤਾਂ ਸਾਫ਼ ਦਿਲ ਨਾਲ ਜਾ ਕੇ ਕਿਸਾਨਾਂ ਦੇ ਅੰਦੋਲਨ ਦੀ ਸਪੋਰਟ ਉਹਨਾਂ ਨੂੰ ਕਰਨੀ ਚਾਹੀਦੀ ਹੈ। 26 ਜਨਵਰੀ ਦਾ ਜਿਹੜਾ ਦਿਹਾੜਾ ਹੈਗਾ ਕਿਸਾਨਾਂ ਨੇ ਪੂਰਾ ਫੈਸਲਾ ਲੈ ਲਿਆ ਵੀ ਮਨਾਇਆ ਜਾਊਗਾ, ਪਰ ਇੱਕ ਪਾਸੇ ਸਰਕਾਰ ਵੀ ਅੜੀ ਹੋਈ ਹੈ ਕਿ ਵੀ ਅਸੀਂ ਪੁਲਿਸ ਤੇ ਵੀ ਗੇਰੀ ਹੋਈ ਹੈ ਕਿ ਸੁਪਰੀਮ ਕੋਰਟ ਨੇ ਗੱਲ ਆਪਣਾ ਦਿਹਾੜਾ ਮਨਾਉਣ ਦਾ ਹੈਗਾ ਜਿਹੜਾ ਉਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਵੀ ਹਿੱਸਾ ਲੈ ਰਹੇ ਨੇ, ਹਰ ਵਰਗ ਦੇ ਹਿੱਸਾ ਲੈ ਰਹੇ ਨੇ, ਹਰ ਸਟੇਟ ਤੋਂ ਹਿੱਸਾ ਲੈ ਰਹੇ ਨੇ। ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜਾ ਕਿ ਕੋਈ ਨੁਕਸਾਨ ਨਾ ਹੋ ਸਕੇ? ਜਾਣੀ ਜਿਹੜਾ ਸਾਡਾ ਜਥੇਬੰਦੀਆਂ ਦਾ ਇਹ ਫੈਸਲਾ ਹੈ 26 ਤਰੀਕ ਨੂੰ ਜਿਹੜਾ ਅਸੀਂ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਮਨਾ ਰਹੇ ਹਾਂ, ਜਾਣੀ ਜਿਹੜਾ 26 ਤਰੀਕ ਨੂੰ ਕਿਸਾਨਾਂ ਦਾ ਜਿਹੜੀ ਵੱਡੀ ਟਰੈਕਟਰ ਦੀ ਪਰੇਡ ਜਿਹੜੀ ਕਰ ਰਹੇ ਹਾਂ, ਇਹਦਾ ਮਤਲਬ ਜਾਣੀ 26 ਤਰੀਕ ਨੂੰ ਅਸੀਂ ਸਾਰੇ ਨੌਜਵਾਨ ਭਰਾਵਾਂ ਨੂੰ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚੋਂ ਪੰਜਾਬ 'ਚੋਂ ਹਰਿਆਣੇ 'ਚੋਂ ਰਾਜਸਥਾਨ 'ਚੋਂ ਆ ਰਹੇ ਨੇ
ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ, ਬੇਨਤੀ ਹੈ ਵੀ ਭਰਾਵੋ ਜਿੱਡੀ ਵੱਡੀ ਗਿਣਤੀ 'ਚ ਆਓ, ਟਰੈਕਟਰ ਟਰਾਲੀਆਂ ਲੈ ਕੇ ਆਓ, ਜੋ ਮਰਜ਼ੀ ਸਾਧਨ ਲੈ ਕੇ ਆਓ, ਪਰ ਸਾਡੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ, ਬੇਨਤੀ ਹੈ, ਜਿੱਡਾ ਵੱਡਾ ਅੰਦੋਲਨ ਆਪਣਾ ਲਗਭਗ ਜਾਣੀ 2-3 ਮਹੀਨਿਆਂ ਤੋਂ ਆਪਾਂ 56 ਦਿਨ ਤੋਂ ਉਰੇ ਬੈਠੇ ਹਾਂ, ਲਗਭਗ 2.5 ਮਹੀਨਾ ਆਪਾਂ ਪੰਜਾਬ 'ਚ ਅੰਦੋਲਨ ਛੇੜਿਆ, ਜਾਣੀ ਉਸ ਦਾ ਜਿੱਡਾ ਵੱਡਾ ਤੁਸੀਂ ਸਹਿਯੋਗ ਦਿੱਤਾ ਹੈ। ਅੱਜ ਵੀ ਅਸੀਂ ਉਹ ਸਾਰੇ ਨੌਜਵਾਨ ਭਰਾਵਾਂ ਤੋਂ ਇਹ ਆਸ ਕਰਾਂਗੇ ਵੀ ਅੱਜ ਵੀ ਉਹ ਜਿਹੜਾ ਜਥੇਬੰਦੀਆਂ ਦਾ ਦਿੱਤਾ ਹੋਇਆ ਆਦੇਸ਼ ਹੈ, ਦਿੱਤਾ ਹੋਇਆ ਫੈਸਲਾ ਹੈ ਵੀ ਆਪਾਂ ਨੇ ਦਿੱਲੀ ਦੇ ਵਿੱਚ ਹਰ ਹਾਲਤ ਜਾਣਾ ਹੈ, ਪਰ ਉਹ ਜਥੇਬੰਦੀਆਂ ਦੇ ਮਗਰ ਲੱਗ ਕੇ ਜ਼ਾਬਤੇ ਨਾਲ ਆਪਾਂ ਦਿੱਲੀ ਦੇ ਵਿੱਚ ਹਰ ਹਾਲਤ ਪਰੇਡ ਕਰਕੇ ਰਹਾਂਗੇ, ਕਿਉਂਕਿ ਇਹ ਮੋਦੀ ਹਕੂਮਤ ਕੱਲੀ ਮੋਦੀ ਸਰਕਾਰ ਦੀ ਦਿੱਲੀ ਨਹੀਂ, ਇਹ ਇਹਨਾਂ ਪੂਰੇ ਭਾਰਤ ਦੇ ਲੋਕਾਂ ਦੀ ਦਿੱਲੀ ਹੈ, ਸਾਡੀ ਰਾਜਧਾਨੀ ਹੈ। ਅਸੀਂ ਆਪਣੀ ਰਾਜਧਾਨੀ ਦੇ ਵਿੱਚ ਜਾ ਸਕਦੇ ਹਾਂ, ਪਰੇਡ ਕਰ ਸਕਦੇ ਹਾਂ। ਇਹ ਤੋਂ ਬਿਲਕੁਲ ਮੋਦੀ ਸਰਕਾਰ ਨੂੰ ਨਹੀਂ ਰੋਕਣਾ ਚਾਹੀਦਾ ਕਿਸਾਨਾਂ ਨੂੰ, ਪਰ ਨੌਜਵਾਨਾਂ ਨੂੰ ਜ਼ਰੂਰ ਬੇਨਤੀ ਅਪੀਲ ਹੈ ਵੀ ਆਪਣਾ ਅੰਦੋਲਨ ਹੈ ਜਿਹੜਾ ਪੀਸਫੁੱਲ ਹੈ, ਪੀਸਫੁੱਲ ਹੀ ਇਹਨੂੰ ਰਹਿਣ ਦਿਓ। ਪੀਸਫੁੱਲ ਆਪਾਂ ਅੰਦੋਲਨ ਹੈ ਜਿਹੜਾ, ਇਹਦੇ ਨਾਲ ਹੀ ਜਿਹੜੀ ਆਪਣੀ ਜਿੱਤ ਹੈ, ਇਹਦੇ ਵਿੱਚ ਹੀ ਜਿੱਤ ਪਈ ਹੈ। ਇਸੇ ਨਾਲ ਹੀ ਮੋਦੀ ਹਕੂਮਤ ਨੂੰ ਝੁਕਣਾ ਪਿਆ, ਜਿੰਨੇ ਉਹਨੇ ਪੱਤੇ ਖੇਲੇ ਸਾਰੇ ਪੱਤੇ ਜਿਹੜੀਆਂ ਆਪਣੀਆਂ ਜਥੇਬੰਦੀਆਂ ਦੇ ਆਗੂਆਂ ਨੇ ਉਹ ਫੇਲ ਕੀਤੇ। ਅੱਜ ਵੀ ਜੋ ਪੱਤਾ ਮੋਦੀ ਹਕੂਮਤ ਖੇਡ ਲੇ, ਇੱਕ ਵੀ ਪੱਤਾ ਮੋਦੀ ਹਕੂਮਤ ਦਾ ਆਪਾਂ ਨਹੀਂ ਚੱਲਣ ਦੇਵਾਂਗੇ। ਇਸ ਲਈ ਤੁਹਾਨੂੰ ਇਹ ਬੇਨਤੀ ਹੈ, ਤੁਹਾਨੂੰ ਇਹ ਅਪੀਲ ਹੈ ਵੀ ਤੁਸੀਂ ਭਰਾਵੋ ਇਹ ਪਹਿਲਾਂ ਦੀ ਤਰ੍ਹਾਂ ਅੱਜ ਵੀ ਸਾਥ ਦਿਓ, ਅੱਜ ਵੀ ਵੱਡਾ ਸਹਿਯੋਗ ਦਿਓ। ਜਾਣੀ ਕਿਉਂਕਿ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਇੱਥੇ ਮਾੜਾ ਮੋਟਾ ਗੜਬੜ ਹੋਵੇ, ਮਾੜੀ ਮੋਟੀ ਛੇੜਖਾਨੀ ਕੋਈ ਕਰਾਈਏ, ਬਹੁਤ ਸਾਰੀ ਉਹਨਾਂ ਨੇ ਪਹਿਲਾਂ ਪੱਤੇ ਖੇਡੇ ਨੇ ਜਿਹੜੇ ਮੈਂ ਪਹਿਲਾਂ ਕਿਹਾ ਤੁਹਾਨੂੰ। ਜਾਣੀ ਉਹ ਨੌਜਵਾਨਾਂ ਨੂੰ ਭਰਘਾਟ ਦੇ ਵਿੱਚ ਲਿਆ ਕੇ, ਉਹਨਾਂ ਨੂੰ ਬਖਲਾਟ ਦੇ ਵਿੱਚ ਲਿਆ ਕੇ ਜਾਣੀ ਨੌਜਵਾਨਾਂ ਤੋਂ ਉਹ ਗਲਤ ਕੰਮ ਕਰਾਉਣਾ ਚਾਹੁੰਦੇ ਨੇ, ਜਿਹਦੇ ਨਾਲ ਉਹਨਾਂ ਨੂੰ ਇਹਨਾਂ ਆਗੂਆਂ ਨੂੰ ਕੁੱਟਣਾ ਵੀ ਸੌਖਾ ਹੋ ਜੇ, ਇਹਨਾਂ 'ਤੇ ਪਰਚੇ ਪਾਉਣੇ ਸੌਖੇ ਜਾਣ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਸੌਖਾ ਹੋ ਜੇ, ਜਾਣੀ ਆਹ ਜਿਹੜਾ ਅੰਦੋਲਨ ਹੈ ਇਹਨੂੰ ਫੇਲ ਕਰ ਸਕਣ। ਜਾਣੀ ਇਸ ਕਰਕੇ ਸਾਡੇ ਜਿਹੜੇ ਆਗੂ ਨੇ ਬਹੁਤ ਸਿਆਣੇ ਨੇ, ਬਹੁਤ ਸੁਲਝੇ ਹੋਏ ਨੇ। ਜਾਣੀ ਅੱਜ ਵੀ ਉਹਨਾਂ ਨੂੰ ਬੇਨਤੀ ਹੈ ਵੀ ਭਰਾਵੋ ਬਿਲਕੁਲ ਕਿਸੇ ਕਿਸਮ ਦੀ ਕੋਈ ਬਖਲਾਟ ਵਾਲੀ ਗੱਲ ਨਹੀਂ ਕਰਨੀ, ਤੁਸੀਂ ਸ਼ਾਂਤਮਈ ਆਓ, ਵੱਡੀ ਗਿਣਤੀ 'ਚ ਆਓ, ਤਾਂ ਕਿ ਆਪਾਂ ਮੋਦੀ ਹਕੂਮਤ ਨੂੰ ਹਰ ਹਾਲਤ ਗੋਡਣੀਆਂ ਕਰਕੇ ਰਹਾਂਗੇ। ਜਿੱਤ ਭਰਾਵੋ ਇਹਨਾਂ ਲੋਕਾਂ ਦੀ ਹੋਣੀ ਹੈ, ਹਾਰ ਇਹ ਮੋਦੀ ਸਰਕਾਰ ਨੂੰ ਦੇਖਣੀ ਪੈਣੀ ਹੈ। ਇਸ ਕਰਕੇ ਇਸ ਹੀ ਸਾਨੂੰ ਬੇਨਤੀ ਹੈ, ਇਸੇ ਆਸ ਨਾਲ ਅਸੀਂ ਆਸ ਕਰਾਂਗੇ ਵੀ ਤੁਸੀਂ ਪੂਰੇ ਅੰਦੋਲਨ ਨੂੰ ਸ਼ਾਂਤਮਈ ਢੰਗ ਤਰੀਕੇ ਨਾਲ ਅੱਗੇ ਤੋਰੋਗੇ। ਜੀ ਬਿਲਕੁਲ, ਇਹ ਸਨ ਜਸਵੰਤ ਸਿੰਘ ਤੋਲਾਵਾਲ ਬਲਾਕ ਸੁਨਾਮ ਤੋਂ ਪ੍ਰਧਾਨ ਨੇ BK ਜੂ ਅਗਰਾਹਾਂ ਦੇ, ਤੇ ਹੁਣ ਸਾਡੇ ਨਾਲ ਵਾਲ ਸਿੰਘ ਮਾਨਕ ਪ੍ਰੈਸ ਸਕੱਤਰ ਸੁਨਾਮ ਬਲਾਕ ਦੇ। ਪਹਿਲਾਂ ਤਾਂ ਸਕਾਈ ਨਿਊਜ਼ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਸਤਨਾਮ ਜੀ, ਦੇਖੋ ਸੰਘਰਸ਼ ਜਿੱਦਾਂ ਦਾ ਚੱਲਿਆ ਹੈਗਾ, ਉਹ ਦਿਨ ਦੀਆਂ ਕਾਫੀ ਕਿਸਾਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਨੇ, ਤੇ ਅੱਜ ਵੀ ਪਤਾ ਲੱਗਿਆ ਹੈਗਾ ਵੀ ਇੱਕ ਕਿਸਾਨ ਦੀ ਹੋਰ ਸ਼ਹੀਦੀ ਹੋਈ ਹੈਗੀ ਟਿੱਕਰੀ ਬਾਰਡਰ 'ਤੇ। ਲਗਭਗ 100 ਦੇ ਲਵੇ 110 ਦੇ ਲਵੇ ਕਿਸਾਨ ਨੇ ਜਿਹੜੇ ਸ਼ਹੀਦੀਆਂ ਪਾ ਚੁੱਕੇ ਨੇ, ਪਰ ਮੋਦੀ ਸਰਕਾਰ ਨੇ ਇੱਕ ਵੀ ਗੱਲ, ਇੱਕ ਵੀ ਸ਼ਬਦ ਇਹਨਾਂ ਕਿਸਾਨਾਂ ਵਾਸਤੇ ਨਹੀਂ ਕਿਹਾ, ਕਿਉਂਕਿ ਜਿਹੜੀ ਇਹ ਸਰਕਾਰ ਹੈ, ਇਹ ਜਿਹੜਾ ਰਾਜ ਹੈ ਡੰਡੇ ਦੇ ਜ਼ੋਰ ਚਲਾਉਣਾ ਚਾਹੁੰਦੀ ਹੈ। ਪਰ ਇੱਥੇ ਸਾਡੇ ਆਰੀਆ ਲੋਕ ਆਏ, ਉਹਨਾਂ ਨੇ ਸਾਡੇ 'ਤੇ ਰਾਜ ਕੀਤਾ 2000 ਸਾਲ, ਪਰ ਜਦੋਂ ਹੰਕਾਰ ਪੈਦਾ ਹੋ ਗਿਆ ਤਾਂ 5 ਮਿੰਟਾਂ ਦੇ ਵਿੱਚ ਮਲੀਆ ਮੇਟ ਹੋ ਗਿਆ ਉਹਨਾਂ ਦਾ। ਉਸ ਤੋਂ ਬਾਅਦ ਮੁਗਲ ਆਏ ਸਾਡੇ 'ਤੇ ਚੜ੍ਹ ਕੇ, ਇੱਥੇ ਉਹਨਾਂ ਨੇ 1000 ਸਾਲ ਰਾਜ ਕੀਤਾ ਸਾਡੇ 'ਤੇ, ਪਰ ਜਦੋਂ ਇਹ ਮੋਦੀ ਵਾਲੇ ਹੰਕਾਰ 'ਚ ਆ ਗਏ, ਉਹਨਾਂ ਦਾ ਮਲੀਆ ਮੇਟ ਕਰਤਾ ਲੋਕਾਂ ਨੇ। ਉਸ ਤੋਂ ਬਾਅਦ ਅੰਗਰੇਜ਼ ਆਏ, 200 ਸਾਲ ਰਾਜ ਕੀਤਾ ਸਾਡੇ 'ਤੇ, ਪਰ ਜਦੋਂ ਹੰਕਾਰ 'ਚ ਆ ਗਏ, ਉਹਨਾਂ ਦਾ ਮਲੀਆ ਮੇਟ ਕਰਤਾ ਲੋਕਾਂ ਨੇ। ਡੰਡੇ ਦੇ ਜ਼ੋਰ ਕਦੇ ਵੀ ਰਾਜ ਨਹੀਂ ਚੱਲਦੇ ਹੁੰਦੇ। ਜਿਹੜਾ ਮੋਦੀ ਅੱਜ ਡੰਡਾ ਲੈ ਕੇ ਆਇਆ ਨਾ ਕਿਸਾਨਾਂ 'ਤੇ, ਇਸ ਦਾ ਵੀ ਮਲੀਆ ਮੇਟ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਉਸ ਅਰੰਗੇ ਦੀ ਮੜੀ 'ਤੇ ਦੀਵਾ ਲਾਉਣ ਵਾਲਾ ਨਹੀਂ ਕੋਈ ਰਿਹਾ। ਉਹੀ ਹਾਲ ਇਹਦਾ ਮੋਦੀ ਦਾ ਹੋਣਾ ਹੈ, ਕਿਉਂਕਿ ਦੇਸ਼ ਦੇ ਅੰਨਦਾਤਿਆਂ ਨੂੰ ਇਹਨੇ ਇਹੀਆਂ ਜਿਹੀਆਂ ਮੁਸ਼ਕਲਾਂ ਦੇ ਵਿੱਚ ਪਾਤਾ, ਜਾਣੀ ਕਿ ਸਾਰੀ ਦੁਨੀਆ ਨੂੰ ਤੰਗ ਕਰਕੇ ਉਹਨਾਂ 2 ਲੋਕਾਂ ਦਾ, ਅਡਾਨੀਆਂ ਅਬਾਨੀਆਂ ਦਾ ਭਲੇ ਵਾਸਤੇ ਸਾਰੀ ਦੁਨੀਆ ਜਿਹੜੀ ਦਾਅ 'ਤੇ ਲਾਈ ਹੋਈ ਆ ਮੋਦੀ ਸਰਕਾਰ ਦੀ। ਮੰਨ ਕੇ ਜਿਵੇਂ ਜਿਹੜੇ NRI ਲੋਕ ਨੇ, ਇਹ ਕਿਸਾਨ ਜਥੇਬੰਦੀਆਂ ਦੇ ਕਿਤੇ ਲੰਗਰ ਲਾ ਰਹੇ ਨੇ, ਕਿਤੇ ਕੋਈ ਸੇਵਾ ਕਰ ਰਹੇ ਨੇ, ਇੱਥੇ ਤੱਕ ਕਿ ਸਕੂਲ ਵਾਲੀਆਂ ਬੱਸਾਂ ਵੀ ਜਿਹੜੀਆਂ ਸਵਾਰੀਆਂ ਢੋਂਦੀਆਂ ਨੇ, ਸਰਕਾਰ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗੇ, ਉਹਨਾਂ ਨੂੰ ਵੀ ਨੋਟਿਸ ਕਢਵਾਉਣ ਲੱਗੀ ਹੈਗੀ। ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਨਹੀਂ, ਇਹਨਾਂ NRI ਵੀਰਾਂ ਨੇ ਉਰੇ ਕਿਹਾ, ਜਿਹੜੇ ਪੰਜਾਬੀ ਵੀਰ ਬਾਹਰੇ ਨੇ ਜਾਂ ਭਾਰਤ ਦੇ ਪੰਜਾਬੀ ਵੀਰ ਬਾਹਰੇ ਨੇ, ਉਹ ਕਹਿੰਦੇ ਅਸੀਂ ਵੀ ਛਾਤੀ ਤਾਣ ਕੇ ਤੁਰਦੇ ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅਸੀਂ ਪੰਜਾਬੀ ਹਾਂ, ਪਰ ਜੇ ਇੱਥੇ ਸੰਘਰਸ਼ ਤੋਂ ਅਸੀਂ ਪਿੱਛੇ ਹਟਦੇ ਹਾਂ, ਅਸੀਂ ਕਿਸੇ ਵੀ ਦੇਸ਼ ਦੇ ਵਿੱਚ ਛਾਤੀ ਤਾਣ ਕੇ ਨਹੀਂ ਤੁਰਾਂਗੇ।
NRI ਭਰਾਵਾਂ ਦਾ ਇੰਨਾ ਵੱਡਾ ਯੋਗਦਾਨ ਹੈ ਉਰੇ। ਇੰਨਾ ਸਮਾਨ ਆਇਆ, ਕਦੇ ਕੰਬਲ ਆ ਗਏ, ਕਦੇ ਜਰਾਬਾਂ ਆ ਗਈਆਂ, ਕਦੇ ਕੋਟੀਆਂ ਆ ਗਈਆਂ, ਕਦੇ ਲਸਣ, ਕਦੇ ਗੰਢੇ। ਜਾਣੀ ਕਿ ਜੇ ਆਪਾਂ ਜ਼ਿਆਦਾ ਨਾ ਕਹੀਏ, ਸਾਡੇ ਅਸੀਂ 4-5 ਬੰਦੇ ਸਾਡੇ ਹੱਥਾਂ ਵਿੱਚ ਦੀ ਉਰੇ 10 ਕਰੋੜ ਦਾ ਸਮਾਨ ਆ ਗਿਆ ਹੋਊ ਤੇ 10 ਦਾ ਹੀ ਵਗ ਗਿਆ ਹੋਊਗਾ। ਇਹ ਸਾਰਾ NRI ਭਰਾਵਾਂ ਦਾ, ਹਰਿਆਣਾ ਨਿਵਾਸੀਆਂ ਦਾ, ਪੂਰੇ ਭਾਰਤ ਵਾਸੀਆਂ ਦਾ, ਪੂਰੀ ਦੁਨੀਆ ਦਾ ਇੰਨਾ ਵੱਡਾ ਸਾਡੇ 'ਤੇ ਹੱਥ ਹੈ ਕਿ ਸਾਨੂੰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ। ਜਿੰਨਾ ਚਿਰ ਲੜਾਈ 6 ਮਹੀਨੇ ਲੜੋ, ਸਾਲ ਲੜੋ, 2 ਸਾਲ ਲੜੋ, ਇਹ ਲੜਾਈ ਹੈ ਜਿਹੜੀ ਇਹ ਜਿੱਤ ਵੱਲ ਲੈ ਕੇ ਜਾਣੀ ਹੈ। ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਉਹਨਾਂ NRI ਵੀਰਾਂ ਦਾ, ਉਹਨਾਂ ਸਾਰੀ ਦੁਨੀਆ ਦੇ ਲੋਕਾਂ ਦਾ ਧੰਨਵਾਦ ਕਰ ਸਕਾਂ ਕਿ ਜਿੰਨਾ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ। NIA ਨੇ ਜਿਹੜੇ ਨੋਟਿਸ ਕੱਢੇ ਨੇ, ਇਹਦੇ ਪਿੱਛੇ ਸਰਕਾਰ ਦਾ ਕੀ ਮਕਸਦ ਹੋ ਸਕਦਾ ਹੈਗਾ? ਇਹ ਤਾਂ ਡਰਾਵਾ ਹੈ ਸਰਕਾਰਾਂ ਦਾ। ਇਹ ਤਾਂ ਪਹਿਲਾਂ ਵੀ ਦਿੰਦੀਆਂ ਆਈਆਂ ਨੇ ਵੀ ਸ਼ਾਇਦ ਇਹਨਾਂ ਨੂੰ ਡਰਾ ਲਈਏ, ਪਰ ਇਹਨਾਂ ਨੇ ਸਾਡਾ ਇਤਿਹਾਸ ਨਹੀਂ ਪੜ੍ਹਿਆ ਵੀ ਸਾਡਾ ਇਤਿਹਾਸ ਕੀ ਕਹਿੰਦਾ ਹੈ। ਅਸੀਂ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਹਾਰੇ। ਹੁਣ ਵੀ ਜਿਹੜੀ ਜੰਗ ਹੈ, ਇਹ ਜੰਗ ਹੈ ਜਿਹੜੀ ਸਦੀਆਂ ਤੋਂ ਲੈ ਕੇ ਕੁੱਲੀ ਦੀ ਮਹਿਲਾਂ ਨਾਲ ਟੱਕਰ ਹੁੰਦੀ ਆਈ ਹੈ। ਜ਼ਬਰ ਦਾ ਵਿੱਚੋਂ ਹੈ ਜਿਹੜਾ ਸੰਘਰਸ਼ ਦਾ ਜਨਮਦਾਤਾ ਹੈ, ਉਹ ਜ਼ਬਰ ਦੇ ਵਿੱਚੋਂ ਹੈ। ਜ਼ਬਰ ਹੈ ਜਿਹੜਾ ਸੰਘਰਸ਼ ਦਾ ਜਨਮਦਾਤਾ ਉਹ। ਜਾਣੀ ਕਿ ਹੁਣ ਵੀ ਉਹੀ ਗੱਲ ਹੈ ਵੀ ਕੁੱਲੀ ਨਾਲ ਮਹਿਲਾਂ ਦੀ ਟੱਕਰ ਹੈ। ਹੁਣ ਵੀ ਅਸੀਂ ਇਹ ਜੰਗ ਹੈ ਜਿਹੜੀ ਹਰ ਹਾਲਤ ਦੇ ਵਿੱਚ ਜਿੱਤ ਕੇ ਆਪਣੇ ਘਰਾਂ ਨੂੰ ਜਾਵਾਂਗੇ। ਤੇ 26 ਜਨਵਰੀ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋਗੇ ਆਮ ਜਨਤਾ? 26 ਜਨਵਰੀ ਤਾਂ ਇਹ ਆਪਦੇ ਸੰਵਿਧਾਨ ਦੀ ਘਾਣ ਕਰ ਰਹੇ ਨੇ, ਕਿਉਂਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਹਰ ਇੱਕ ਨਾਗਰਿਕ ਨੂੰ ਹੱਕ ਦਿੰਦਾ ਹੈ ਕਿ ਉਹ ਪਰੇਡ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਪਰ ਇਹਨਾਂ ਇੱਕ ਮੰਤਰੀ ਕੱਲ੍ਹ ਬਿਆਨ ਦੇ ਜਾਂਦਾ ਸੀ, ਕਹਿੰਦਾ ਜੀ ਤਾਂ ਬੁਰਸ਼ਾਗਰਦੀ ਕਰਨਗੇ ਲੋਕ ਉਰੇ ਆ ਕੇ। ਪਰ ਕਿਸਾਨ ਬੁਰਸ਼ਾਗਰਦੀ ਨਹੀਂ ਕਰਦੇ। ਜੇ ਬੁਰਸ਼ਾਗਰਦੀ ਕਰੂਗੀ ਤਾਂ ਇਹ ਸਰਕਾਰ ਦੇ ਏਜੰਟ, ਇਹਦੇ ਵਿਚੋਲੀਏ, ਉਹ ਬੁਰਸ਼ਾਗਰਦੀ ਕਰਾਉਣਗੇ। ਅਸੀਂ ਜਿਹੜੀ ਇਹ 26 ਜਨਵਰੀ ਹੈ, ਸਾਡਾ ਇਹ ਅਧਿਕਾਰ ਹੈ। ਇਹ ਸੰਵਿਧਾਨ ਕਹਿੰਦਾ ਸਾਡਾ ਵੀ ਦੁਨੀਆ ਦਾ ਕੋਈ ਵੀ ਨਾਗਰਿਕ ਇਹ 26 ਜਨਵਰੀ ਮਨਾ ਸਕਦਾ ਹੈ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹ 26 ਜਨਵਰੀ ਜਿਹੜੀ ਮਨਾਵਾਂਗੇ। ਜੀ ਬਿਲਕੁਲ, ਇਹ ਸਨ ਸੁਖਪਾਲ ਸਿੰਘ ਮਾਨਕ, ਸੁਨਾਮ ਬਲਾਕ ਦੇ ਪ੍ਰੈਸ ਸਕੱਤਰ। ਸਾਡੇ ਨਾਲ ਰਾਮਪਾਲ ਸ਼ਰਮਾ ਜੀ ਵੀ ਇੱਥੇ ਮੌਜੂਦ ਨੇ। ਪਹਿਲਾਂ ਰਾਮਪਾਲ ਸ਼ਰਮਾ ਜੀ, ਸਕਾਈ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਰਾਮਪਾਲ ਜੀ, ਕਿਵੇਂ ਦੇਖਦੇ ਹੋ ਜਿਹੜਾ ਨੌਜਵਾਨਾਂ ਦੇ ਰੋਲ ਨੂੰ ਸੰਘਰਸ਼ ਦੇ ਵਿੱਚ? ਨੌਜਵਾਨਾਂ ਦਾ ਰੋਲ ਹੈ। ਜਿਹੜੇ ਨੌਜਵਾਨ ਸੀਗੇ ਸਿਆਸੀ ਪਾਰਟੀਆਂ ਦੇ ਮਗਰ ਲੱਗੇ ਹੋਏ ਸੀ, ਉਹਨਾਂ ਨੇ ਦੇਖ ਲਿਆ ਵੀ ਸਿਆਸੀ ਪਾਰਟੀਆਂ ਨੇ ਪਿਛਲੇ 70 ਸਾਲ ਦੇ ਵਿੱਚ ਸਾਨੂੰ ਅੱਜ ਤੱਕ ਕੁਝ ਨਹੀਂ ਦਿੱਤਾ। ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਜਿਹੜੀ ਸਾਡੀ ਰੋਜੀ ਰੋਟੀ ਹੈ ਉਹ ਕਿਸਾਨ ਜਥੇਬੰਦੀਆਂ ਹੀ ਬਚਾਉਣਗੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਡੇ ਜਿਹੜੇ ਬੋਰਡ ਨੇ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਤਹਿ ਦਿਲੋਂ ਲੋਕਾਂ ਦੀ ਤਨੋਂ ਮਨੋਂ ਧਨੋਂ ਸੇਵਾ ਕਰਦੀ ਹੈ। ਉਹਦੀ ਪੂਰੀ ਟੀਮ ਹੈ ਜਿਹੜੀ, ਕਿਉਂਕਿ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਉਹਨਾਂ ਦੇ ਵਿੱਚ ਮੈਂ ਵੀ ਇੱਕ ਹਾਂ, ਕਿਉਂਕਿ ਇਹ ਜਿਹੜੀ ਜਥੇਬੰਦੀਆਂ ਨੇ, ਇਹ ਜਥੇਬੰਦੀ ਨੇ ਮਤਲਬ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ, ਲੱਖਾਂ ਕੁੜਕੀਆਂ ਬਚਾਈਆਂ ਨੇ। ਇਹ ਉਹ ਦੁਖੀ ਲੋਕਾਂ ਦਾ ਹੱਥ ਫੜਿਆ ਹੈ। ਇਹ ਜਿਵੇਂ ਸਰਕਾਰ ਕਹਿੰਦੀ ਹੈ ਵੀ ਇਹ ਮਾਓਵਾਦੀ ਨੇ, ਇਹ ਆਤੰਕਵਾਦੀ ਨੇ, ਇਹ ਖਾਲਿਸਤਾਨੀ ਨੇ, ਇਹੋ ਜਿਹਾ ਕੁਛ ਨਹੀਂ ਹੈਗਾ। ਸਰਕਾਰਾਂ ਨੇ ਤੜੀ ਪਾਰ ਕੀਤੇ ਹੋਏ ਲੋਕਾਂ ਨੂੰ, ਦੁਖੀ ਕੀਤੇ ਹੋਏ ਲੋਕਾਂ ਨੂੰ ਇੱਥੇ ਆਏ ਨੇ। ਉਹ ਲੋਕ ਇਹ ਸੰਘਰਸ਼ ਲੜਨ ਵਾਸਤੇ ਆਏ ਹੋਏ ਨੇ, ਹਰ ਤਰ੍ਹਾਂ ਦੀ ਕੁਰਬਾਨੀ ਦੇਣ ਵਾਸਤੇ ਤਿਆਰ ਨੇ। ਸਰਕਾਰ ਜਿਹੜੀ ਕਹਿੰਦੀ ਹੈ ਵੀ ਮੇਰਾ ਮੋਦੀ ਪ੍ਰਧਾਨ ਮੰਤਰੀ ਕਹਿੰਦਾ ਵੀ ਮੇਰਾ 56 ਇੰਚ ਦਾ ਸੀਨਾ ਹੈ, ਉਹ 56 ਇੰਚ ਦਾ ਸੀਨਾ ਇਹ ਅੰਦੋਲਨ ਦੇ ਵਿੱਚ ਪਤਾ ਲੱਗਿਆ। ਜਿਹੜਾ ਹਰਜੀਤ ਗਰੇਵਾਲ ਵਾਲਾ ਕੁੱਤੇ ਦੀ ਤਰ੍ਹਾਂ ਭੌਂਕਦਾ ਹੈ, ਸੁਰਜੀਤ ਜਾਣੀ ਹੈ, ਉਹ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਿਆ। ਲੋਕ ਜਾਗਰੂਕ ਹੋ ਗਏ, ਲੋਕਾਂ ਨੂੰ ਪਤਾ ਲੱਗਿਆ ਵੀ ਇਹ ਅੰਦੋਲਨ ਕੀ ਹੈ। ਅਸੀਂ ਤਨੋਂ ਮਨੋਂ ਧਨੋਂ ਆ ਅੰਦੋਲਨ ਜਿੱਤ ਕੇ ਜਾਵਾਂਗੇ। ਇੱਥੇ ਜਿਹੜੇ ਕੁਛ ਅਫਵਾਹਾਂ ਉਡਾਈ ਜਾਂਦੇ ਨੇ ਵੀ ਉੱਥੇ ਪੀਜੇ 버ਗਰ ਖਾਂਦੇ ਨੇ ਜੀ, ਕਿਸਾਨਾਂ ਨੂੰ ਤਾਂ ਮੌਜਾਂ ਲੱਗੀਆਂ ਹੋਈਆਂ ਨੇ। ਕਿਸ ਤਰ੍ਹਾਂ ਦੀ ਹਾਲਤ ਹੈ ਕਿ ਅਸੀਂ ਤਾਂ ਦੇਖੇ ਨੇ ਵੀ ਠੰਡ ਦੇ ਵਿੱਚ ਬੈਠੇ ਨੇ, ਕੁੱਲੀਆਂ ਦੇ ਵਿੱਚ ਬੈਠੇ ਨੇ। ਦੇਖੋ, ਜਿਹੜੇ ਪੀਜੇ 버ਗਰ ਖਾਣ ਦਾ ਕੰਮ ਹੈ, ਅਸੀਂ ਕਮਾਈ ਕਮਰ ਤੋੜ ਮਿਹਨਤ ਕਰਦੇ ਹਾਂ। ਪੀਜੇ 버ਗਰ ਅਸੀਂ ਖਾ ਸਕਦੇ ਹਾਂ, ਕੀ ਗੱਲ ਹੈ ਵੀ ਪੀਜੇ 버ਗਰ ਨਹੀਂ ਖਾ ਸਕਦੇ? ਕੀ ਇਕੱਲੇ ਮੋਦੀ ਹੋਰਾਂ ਦੇ ਨਾਮ ਲਿਖੇ ਹੋਏ ਨੇ, ਹਰਜੀਤ ਗਰੇਵਾਲ ਹੋਰਾਂ ਦੇ ਨਾਮ ਲਿਖੇ ਹੋਏ ਨੇ ਵੀ ਅਸੀਂ ਪੀਜੇ 버ਗਰ ਖਾ ਸਕਦੇ ਹਾਂ? ਅਸੀਂ ਖਾ ਸਕਦੇ ਹਾਂ, ਅਸੀਂ ਮਿਹਨਤ ਕਰਦੇ ਹਾਂ, ਸਵੇਰੀ ਤੋਂ ਲੱਗੇ ਅੱਥਣ ਤੱਕ ਅਸੀਂ ਮਿਹਨਤ ਕਰਦੇ ਹਾਂ, ਅਸੀਂ ਪੀਜੇ 버ਗਰ ਖਾ ਸਕਦੇ ਹਾਂ। ਕੋਈ ਖਾਸ ਗੱਲ ਨਹੀਂ, ਜਿਹਦੇ ਕੋਲ ਮਿਹਨਤ ਕਰਕੇ ਕੁਝ ਵੀ ਕਰ ਸਕਦਾ ਅਗਲਾ। ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਜਿਹੜਾ ਸੰਘਰਸ਼ ਸੀ, ਬਜ਼ੁਰਗ ਜ਼ਿਆਦਾ ਹੁੰਦੇ ਸੀ ਕਿਸਾਨੀ ਸੰਘਰਸ਼ ਦੇ ਵਿੱਚ, ਪਰ ਹੁਣ ਨੌਜਵਾਨ ਬਹੁਤ ਜੁੜਿਆ ਹੈਗਾ। ਇਹ ਮੈਸੇਜ ਕਿਵੇਂ ਪਹੁੰਚਿਆ ਉਹਨਾਂ ਤੱਕ? ਇਹ ਮੈਸੇਜ ਨੌਜਵਾਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਇਹ ਸੰਘਰਸ਼ ਨੇ, ਇਹ ਲੜੇ ਬਗੈਰ ਸਾਡੀ ਜ਼ਮੀਨਾਂ ਨਹੀਂ ਬਚਦੀਆਂ। ਕਿਉਂਕਿ ਜਿਹੜੀ ਮੋਦੀ ਸਰਕਾਰ ਹੈ, ਫਿਰਕਾ ਪ੍ਰਸਤ ਸਰਕਾਰ ਹੈ, ਇਹ ਔਰੰਗਜ਼ੇਬ ਦੀ ਔਲਾਦ ਹੈ ਸਹੀ ਤਰੀਕੇ ਨਾਲ ਤੋਂ। ਕਿਉਂਕਿ ਈਸਟ ਇੰਡੀਆ ਕੰਪਨੀ ਇੱਕ ਆਈ ਸੀ 1919 'ਚ,
ਇਹ ਜਿਹੜੀ ਬੀਜੇਪੀ ਪਾਰਟੀ ਹੈ ਇਹ ਵੀ ਈਸਟ ਇੰਡੀਆ ਕੰਪਨੀ ਹੈ। ਦੇਸ਼ ਨੂੰ ਵੇਚ ਕੇ ਖਾ ਗਏ। ਰੇਲਵੇ ਵੇਚਤੀ, LIC ਵੇਚਤੀ, ਹਿੰਦੁਸਤਾਨ ਪੈਟਰੋਲੀਅਮ ਵੇਚਤੇ, 에ਅਰ ਇੰਡੀਆ ਵੇਚਤਾ ਇਹਨਾਂ ਨੇ। ਇਹਦੇ ਕਰਕੇ ਲੋਕਾਂ ਨੂੰ ਪਤਾ ਲੱਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਅਸੀਂ ਹੱਡ ਬਚਾਉਣੇ ਨੇ, ਜਥੇਬੰਦੀਆਂ ਦਾ ਸਾਥ ਦੇਣਾ ਪਊਗਾ। ਇਹਦੇ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ, ਨਹੀਂ ਪੂਰੇ ਹਿੰਦੁਸਤਾਨ ਦੀ, ਉਹ ਜਾਗਰੂਕ ਹੋ ਗਈ। ਇਹਦੇ ਕਰਕੇ ਉਹ ਇਹ ਅੰਦੋਲਨ ਦੇ ਵਿੱਚ ਹਿੱਸੇਦਾਰੀ ਹੈ ਉਹਨਾਂ ਦੀ। ਜਿਵੇਂ ਹੁਣ ਮੋਦੀ ਸਰਕਾਰ ਵੱਲੋਂ, BJP ਵੱਲੋਂ ਕਹਿ ਦਈਏ ਆਪਾਂ, ਪੰਜਾਬ ਦੇ ਕਿਸਾਨਾਂ ਨੂੰ, ਕਿ ਪੂਰੇ ਸਟੇਟ ਦੇ ਕਿਸਾਨਾਂ ਨੂੰ ਜਿਹੜਾ ਤੰਗ ਕੀਤਾ ਜਾ ਰਿਹਾ ਹੈਗਾ, ਕਿ ਚੋਣਾਂ ਦੇ ਵਿੱਚ ਇਹਨਾਂ ਤੋਂ ਕੋਈ ਹਿਸਾਬ ਕਿਤਾਬ ਲਿਆ ਜਾਵੇਗਾ? ਬਿਲਕੁਲ ਲਿਆ ਜਾਊਗਾ ਜੀ। ਹੁਣ ਤੁਸੀਂ ਦੇਖਿਆ ਹੋਊਗਾ ਹਰਿਆਣਾ ਦੇ ਕਰਨਾਲ ਦੇ ਵਿੱਚ ਹਰਿਆਣਾ ਦਾ ਮੁੱਖ ਮੰਤਰੀ ਖੱਟਰ ਜਾਣ ਲੱਗਿਆ ਸੀਗਾ, ਲੋਕਾਂ ਨੇ ਜਹਾਜ਼ ਵੀ ਨਹੀਂ ਉਤਰਨ ਦਿੱਤਾ। ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਛਿੱਤਰ ਪੈਣੇ ਨੇ। ਆ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾ ਕੇ ਲੋਕ ਜਾਣਗੇ। ਲੋਕ ਜਾਗਰੂਕ ਹੋ ਗਏ। ਵੋਟਾਂ ਦੇ ਵੇਲੇ ਇਹਨਾਂ ਨੂੰ ਪੁੱਛਣਗੇ ਵੀ ਤੁਸੀਂ ਕੀ ਕਰਦੇ ਰਹੇ। ਔਰ ਜਿਹੜਾ ਗਰੇਵਾਲ ਹੈ ਇਹਦੇ ਰੱਖਿਆ ਹੁਣ 18 ਤਰੀਕ ਨੂੰ ਉੱਥੇ ਪ੍ਰੋਗਰਾਮ, ਪਤਾ ਲੱਗਿਆ ਉਹਨੂੰ ਵੀ ਲੋਕਾਂ ਦੀ ਕੀ ਤਾਕਤ ਹੈ। ਜਿਹੜੇ ਅੱਜ ਦੇ ਸਟੇਜ ਦਾ ਪ੍ਰੋਗਰਾਮ ਵੀ ਕਲਾਕਾਰਾਂ ਦੇ ਨਾਮ ਸੀ, ਕਿੰਨਾ ਕੁ ਜੋਸ਼ ਮਿਲਦਾ ਹੈਗਾ ਜਦੋਂ ਕਲਾਕਾਰ ਕੋਈ ਗੀਤਾਂ ਦੇ ਰਾਹੀਂ ਸੰਦੇਸ਼ ਦਿੰਦਾ ਹੈਗਾ ਨੌਜਵਾਨਾਂ ਨੂੰ ਜਾਂ ਬਜ਼ੁਰਗਾਂ ਨੂੰ ਵੀ ਜੋਸ਼ ਆਉਂਦਾ? ਬਿਲਕੁਲ ਆਉਂਦਾ ਜੀ। ਜਿਹੜੇ ਵਧੀਆ ਕਲਾਕਾਰ ਨੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਨੇ, ਬਹੁਤ ਵਧੀਆ। ਬਾਈ ਕਨਵਰ ਗਰੇਵਾਲ ਹੋਰਾਂ ਨੇ ਬਹੁਤ ਵਧੀਆ ਗਾਇਆ ਹੈ। ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਵੱਡਾ ਸੰਦੇਸ਼ ਜਾਂਦਾ ਇਸ ਗੱਲ ਦਾ। ਉਹਨਾਂ ਨੇ ਜਿਹੜਾ ਦੱਸਿਆ ਲੋਕਾਂ ਨੂੰ, ਪੜ੍ਹਨਾ ਔਰ ਸੁਣਨਾ ਇਹ ਬਹੁਤ ਵੱਡੀ ਕਲਾ ਹੈ। ਸੰਗੀਤ ਰਾਹੀਂ ਬੰਦਾ ਦਿਮਾਗ ਫਰੈਸ਼ ਕਰ ਸਕਦਾ ਹੈ। ਸੰਗੀਤ ਦਿਮਾਗ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਖਾਸ ਕਰਕੇ ਬਹੁਤ ਜਲਦੀ ਫਿੱਟ ਬੈਠਦਾ ਹੈ। ਇਹਦੇ ਕਰਕੇ ਬਹੁਤ ਵਧੀਆ ਕਲਾਕਾਰ ਸੀ, ਬਹੁਤ ਵਧੀਆ ਉਹਨਾਂ ਨੇ ਗਾਇਆ। ਸੱਭਿਆਚਾਰ ਨੂੰ ਸੰਭਾਲਣ ਵਾਲੇ ਲੋਕ ਨੇ। ਨੌਜਵਾਨ ਜਿਵੇਂ 26 ਜਨਵਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ, ਕੋਈ ਹੁੱਲੜਬਾਜ਼ੀ ਨਾ ਕਰਨ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਕੋਈ ਹੁੱਲੜਬਾਜ਼ੀ ਨਹੀਂ ਹੁੰਦੀ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ 38 ਸਾਲ ਪੁਰਾਣਾ ਇਤਿਹਾਸ ਹੈ। ਅੱਜ ਤੱਕ ਜਥੇਬੰਦੀ ਦੇ ਕਿਸੇ ਬੰਦੇ ਨੇ ਫੁੱਲ ਨਹੀਂ ਤੋੜਿਆ ਕਿਸਾਨ ਦਾ। ਅਸੀਂ ਨਹੀਂ ਮੰਨਦੇ ਕਿ ਕੋਈ ਹੁੱਲੜਬਾਜ਼ੀ ਕਰੂਗਾ, ਲੇਕਿਨ ਤਿਆਰੀ ਹੈ ਜਿਹੜੀ ਸਰਕਾਰ ਜਿਹੀ ਸਰਕਾਰ ਪੈਤਰਾ ਬਣਾ ਰਹੀ ਹੈ, ਲੋਕ ਅਪਣਾ ਰਹੇ ਨੇ। ਕੋਈ ਹੁੱਲੜਬਾਜ਼ੀ ਨਹੀਂ ਹੋਣੀ। ਬਹੁਤ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲ ਰਿਹਾ। 54 ਦਿਨ ਹੋ ਗਏ ਅੰਦੋਲਨ ਨੂੰ ਚੱਲਦੇ ਨੇ। ਪਿਛਲੇ 2 ਮਹੀਨਿਆਂ ਵਾਂਗੂ ਪੰਜਾਬ 'ਚ ਚੱਲਦਾ ਰਿਹਾ। ਕੋਈ ਦਿੱਕਤ ਵਾਲੀ ਗੱਲ ਨਹੀਂ। ਅੱਜ ਤੱਕ ਤਾਂ ਕਿਸੇ ਦਾ ਫੁੱਲ ਤੋੜਿਆ ਨਹੀਂ ਹੈਗਾ। ਅਸੀਂ ਨਹੀਂ ਮੰਨਦੇ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਹੋਊਗੀ। ਕਿਸਾਨਾਂ ਦੀ ਜਿਹੜੀ ਇਸ ਗਣਤੰਤਰ ਦਿਵਸ ਦੀ ਰੈਲੀ ਨੂੰ ਕੋਈ ਨਾ ਕਾਮਯਾਬ ਕਰਨ ਵਾਸਤੇ ਸਰਕਾਰ ਕੋਈ ਗੇਮ ਖੇਡ ਸਕਦੀ ਹੈ? ਸਰਕਾਰ ਦਾ ਹਮੇਸ਼ਾ ਹੀ ਇਹ ਪੈਤਰਾ ਰਿਹਾ ਵੀ ਸਰਕਾਰ ਇਹ ਅੰਦੋਲਨਾਂ ਨੂੰ ਖਤਮ ਕਰਨ ਵਾਸਤੇ ਹਰ ਤਰ੍ਹਾਂ ਦੇ ਪੈਤਰੇ ਬਣਾਉਂਦੀ ਹੈ। ਕਦੇ ਇੱਥੇ ਸ਼ਰਾਬ ਵੇਚਣ ਵਾਸਤੇ ਆਉਂਦੇ ਆ, ਕਦੇ RSS ਦੇ ਗੁੰਡੇ ਘਸਾ ਦਿੰਦੀ ਹੈ, ਕਦੇ ਕੁਛ। ਸਰਕਾਰ ਦੀ ਆਪਦੀ ਹੈ। ਲੋਕ ਬਹੁਤ ਸੁਚੇਤ ਨੇ, ਫੜ ਕੇ ਲਿਆਉਂਦੇ ਆ। ਇੱਥੇ ਦੇਖਿਆ ਹੋਊਗਾ ਤੁਸੀਂ, ਕਈ ਵਾਰੀ ਸ਼ਰਾਬ ਵੇਚਣ ਵਾਲੇ ਪੁਲਿਸ ਮੁਲਾਜ਼ਮ ਸ਼ਰਾਬ ਵੇਚ ਰਹੇ ਨੇ। ਸਰਕਾਰ ਦੀ ਆਪਦੀ ਪਾਲਿਸੀ ਹੈ। 11ਵੀਂ ਮੀਟਿੰਗ ਦਾ ਵੀ ਐਲਾਨ ਹੋ ਗਿਆ 22 ਤਰੀਕ ਦਾ। ਉਹਦੇ ਵਿੱਚੋਂ ਕੁਝ ਨਿਕਲਣ ਪਾਉਣ ਨੂੰ ਹੈਗਾ? ਜਦੋਂ 10 'ਚ ਨਹੀਂ ਕੁਝ ਨਿਕਲਣਾ, 11 'ਚ ਕੀ ਨਿਕਲੂਗਾ? ਇਹ ਸਰਕਾਰ ਆਪਦੇ ਪੈਤਰੇ ਜਿਹੜੇ ਬਣਾ ਰਹੀ ਬਣਾਈ ਜਾਵੇ। ਲੋਕ ਜਿੱਤ ਕੇ ਉੱਠਾਂਗੇ ਤਾਂ। ਕੰਟਰੋਲ ਕਰ ਰਹੀ ਹੈ ਸਰਕਾਰ ਦੇ ਉੱਤੇ ਜਿਹੜੇ ਉਹਦੇ ਬਾਬੂ ਬੈਠੇ ਆ ਨਾ, ਅੰਡਾਨੀ ਅੰਬਾਨੀ ਹੋ ਰਹੀ, ਉਹਨਾਂ ਨੇ ਬਾਂਹ ਮਰੋੜੀ ਹੋਈ ਹੈ। ਇਹਦੇ ਕਰਕੇ ਨਹੀਂ ਉਹ ਕੁਝ ਕਰ ਸਕਦੇ ਜੀ। ਬਿਲਕੁਲ। ਜਿਹੜਾ ਇਹ ਸਨ ਰਾਮਪਾਲ ਸ਼ਰਮਾ, ਕਿਸਾਨ ਆਗੂ ਨੇ, ਜਿਹੜੇ ਸਿੰਗਰ ਨੇ, ਇਹ ਇੱਕ ਜੋਸ਼ ਭਰਨ ਵਾਸਤੇ ਆਪਣੀ ਕਲਾ ਰਾਹੀਂ ਨੌਜਵਾਨਾਂ 'ਚ ਅਤੇ ਬਜ਼ੁਰਗਾਂ ਦੇ ਵਿੱਚ ਜੋਸ਼ ਭਰਦੇ ਨੇ। ਅਤੇ ਅਲੱਗ-ਅਲੱਗ ਕਿਸਮ ਦੇ ਜਿੰਨੇ ਵੀ ਇੱਥੇ ਸੰਘਰਸ਼ ਨੇ ਸਾਰੇ ਹੁਣ ਤੱਕ ਸ਼ਾਂਤਮਈ ਕੀਤੇ ਨੇ। ਜਿਹੜਾ ਇਹ ਸੰਘਰਸ਼ ਹੈਗਾ ਇਹ ਵੀ ਪੂਰਾ ਪੀਸਫੁੱਲ ਸੰਘਰਸ਼ ਹੈਗਾ, ਕਿਉਂਕਿ ਹਜੇ ਤੱਕ ਉਗਰਾਹਾਂ ਜਥੇਬੰਦੀ ਦਾ ਰਿਕਾਰਡ ਹੈਗਾ ਵੀ ਇਹਨਾਂ ਨੇ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਕਿਸੇ ਵੀ ਸਰਕਾਰ ਦਾ ਨੁਕਸਾਨ ਨਹੀਂ ਕੀਤਾ। ਜਿੱਥੇ ਕਿ ਹੁਣ 26 ਜਨਵਰੀ ਨੂੰ ਆਉਣ ਵਾਲੇ ਗਣਤੰਤਰ ਦਿਵਸ ਵਾਲੇ ਦਿਨ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਰੋਲ ਰਹੂਗਾ, ਕਿਸ ਤਰ੍ਹਾਂ ਦੀ ਪਰੇਡ ਰਹੂਗੀ, ਇਹ ਸਮਾਂ ਦੇਖਣ ਵਾਲਾ ਹੋਵੇਗਾ। ਟਿੱਕਰੀ ਬਾਰਡਰ ਤੋਂ ਜਗਤਾਰ ਬਾਵਾ ਦੀ ਰਿਪੋਰਟ।